हाँ जी, Namaste, Sat Shri Akal, and a very warm welcome to you all. Today we have our healthcare givers and medical practitioners on We Support Our Farmers. Along with me, I have my co-admin Simran, and our panelists are Dr. Daler Multani, Avtar Singh Benipal, and Dr. Anshuman Mitra. Dr. Daler Multani is a retired civil surgeon, and Mr. Benipal is running a foundation called Life Care Foundation and running a 24/7 hospital at Singhu border. So, and Dr. Anshuman is from Calcutta, I must say, and I really appreciate that he's been there with us, come all the way from Calcutta. He's working with Medical Service Center India and has a vast experience in disaster management. So as we start, I would like to thank you all for being there. आपका बहुत बहुत शुक्रिया. आप लोग हमारे farmers को look after कर रहे हैं, and it's amazing that you are there, taking out time for the farmers. And in spite of all odds, you are there serving humanity. Rather, I would like to add that you are the unsung heroes of the Morcha, because health is so important, and you people are doing a wonderful job looking after the health aspect. There are plenty of challenges that I believe you must have gone through, and there must be a lot of positivity also that you must have received, and we would like to talk on that, how each one of you got involved in the Morcha. So we'll start with Dr. Multani. Sat Shri Akal ji. Sat Shri Akal. Can I just 1 minute? ਜਦੋਂ ਆਪਾਂ जैसे जैसे जो हम बात कर रहे हैं वो ही अपना स्पीकर ऑन रखें, बाकी के अगर म्यूट कर दें तो फिर वो क्लैरिटी आ जाती है. जब हम रिकॉर्ड कर रहे हैं ना, there's a lot of noise I think from somewhere. So when you are talking, please unmute, and when you're not talking, mute yourself. That just helps in the recording. Thank you. Thanks. Sorry. ਸਤਿ ਸ਼੍ਰੀ ਅਕਾਲ ਜੀ ਸਾਰੇ ਕੋ ਪੈਨਲਿਸਟ ਨੂੰ. ਮੈਂ ਜਿਹੜਾ ਹੈਗਾ ਐਜ਼ ਏ ਸਿਵਲ ਸਰਜਨ ਰਿਟਾਇਰ ਹੋਇਆ, ਔਰ ਮੈਨੂੰ ਇਹ ਗੱਲ ਯਾਦ ਹੈ ਕਿ ਜਦੋਂ ਪਹਿਲੀ ਵਾਰੀ ਅਸੀਂ ਉੱਥੇ ਵਿਜ਼ਿਟ ਕੀਤਾ 30 ਨਵੰਬਰ ਨੂੰ, 1 ਡੇ ਕੈਂਪ ਸੀਗਾ ਸਿੰਘੂ ਬਾਰਡਰ ਤੇ, ਤਾਂ ਮੈਨੂੰ ਹਰ ਜਿੰਨੇ ਵੀ ਕਾਫੀ ਸਾਰੇ, ਕਿਉਂਕਿ ਮੇਰੀ ਕਾਫੀ ਮੀਡੀਆ ਦੇ ਵਿੱਚ ਚਰਚਾ ਰਹਿੰਦੀ ਆ ਔਰ ਇਨਵੋਲਵਡ ਰਹਿੰਦਾ ਮੈਂ ਮੀਡੀਆ ਦੇ ਵਿੱਚ, ਤੇ ਜਿੰਨੇ ਵੀ ਜਰਨਲਿਸਟ ਮੈਨੂੰ ਮਿਲਦੇ ਸੀਗੇ, ਡਾਕਟਰ ਸਾਹਿਬ ਤੁਸੀਂ ਇੱਥੇ ਕੀ ਕਰਦੇ ਹੋ, ਤਾਂ ਮੈਂ ਸਿਰਫ ਉਹਨਾਂ ਨੂੰ ਇੱਕੋ ਗੱਲ ਕਹਿੰਦਾ ਕਿ ਅੱਜ ਵੀ ਉਹੀ ਗੱਲ ਕਹਿੰਦਾ ਕਿ ਜਿਹੜੇ ਲੋਕ ਹੱਕ ਸੱਚ ਦੀ ਲੜਾਈ ਲੜਦੇ ਆ ਉਹਨਾਂ ਦੀ ਮਦਦ ਕਰਨਾ ਜਿਹੜਾ ਹੈਗਾ ਉਹ ਹਰ ਜਾਗਦੀ ਜ਼ਮੀਰ ਵਾਲੇ ਦਾ ਫਰਜ਼ ਬਣਦਾ ਹੈ. ਸੋ ਉਸ ਪੁਆਇੰਟ ਆਫ ਵਿਊ ਦੇ ਨਾਲ ਅਸੀਂ ਜਿਹੜੇ ਕਿਸਾਨ ਵੀਰ ਨੇ ਸਾਡੇ ਜਿਹੜੇ, ਉਹਨਾਂ ਦੀ ਮਦਦ ਕਰਨ ਵਾਸਤੇ ਗਏ ਸੀ. ਅਗਲਾ ਸਵਾਲ ਹਮੇਸ਼ਾ ਹੀ ਇਹ ਪੈਦਾ ਹੁੰਦਾ ਸੀਗਾ ਕਿ ਜੇ ਸਪੋਜ਼ ਉਹਨਾਂ ਨੂੰ ਮੈਡੀਕਲ ਸਰਵਿਸਿਜ਼ ਨਹੀਂ ਮਿਲਦੀਆਂ ਉੱਥੇ, ਉਹਦੇ ਤਿੰਨ ਚੀਜ਼ਾਂ ਹੋ ਸਕਦੀਆਂ ਸੀ. ਇੱਕ ਤਾਂ ਇਹ ਹੋ ਸਕਦਾ ਸੀਗਾ ਕਿ ਉਹ ਕਿਸੇ ਸੀਰੀਅਸ ਬਿਮਾਰੀ ਦੇ ਵਿੱਚ ਸਫਰ ਕਰਨ ਲੱਗ ਜਾਂਦੇ. ਨੰਬਰ 2 ਇਹ ਸੀਗਾ ਕਿ ਉੱਥੇ ਕਿਸੇ ਹੋਰ ਲੋਕਲ ਪ੍ਰੈਕਟੀਸ਼ਨਰ ਦੇ ਕੋਲ ਜਾਂਦੇ ਤੇ ਉੱਥੇ ਲੁੱਟ ਖਸੁੱਟ ਹੁੰਦੀ, ਪੈਸੇ ਦਾ ਖਰਚਾ ਹੁੰਦਾ. ਤੀਸਰਾ ਇਹ ਸੀਗਾ ਕਿ ਜੇ ਉਹਨਾਂ ਨੂੰ ਇਹ ਸਰਵਿਸਿਜ਼ ਨਾ ਮਿਲਦੀਆਂ ਤਾਂ ਫਿਰ ਜਿਹੜੇ ਬੰਦੇ ਬਿਮਾਰ ਸੀਗੇ ਉਹ ਉੱਥੋਂ ਭੱਜ ਕੇ ਤਾਂ ਵਾਪਸ ਪੰਜਾਬ ਨੂੰ ਆ ਜਾਂਦੇ. ਇਹ 3 ਗੱਲਾਂ ਸੀਗੀਆਂ ਜਿਹੜੀਆਂ ਆਪਾਂ ਨੂੰ ਦਿਮਾਗ ਵਿੱਚ ਰੱਖਣੀਆਂ ਪੈਂਦੀਆਂ ਸੀਗੀਆਂ, ਔਰ ਇਸ ਗੱਲ ਨੂੰ ਕਿ ਜੋ ਲੋਕ ਹੱਕ ਸੱਚ ਦੀ ਲੜਾਈ ਲੜਦੇ ਨੇ ਉਹਨਾਂ ਨੂੰ ਇਹ ਤਿੰਨੇ ਗੱਲਾਂ ਕਰਕੇ ਮੇਰਾ ਉਹਨਾਂ ਨੂੰ ਹਮੇਸ਼ਾ ਸਟੇਜ ਤੋਂ ਵੀ ਉੱਥੇ ਉਹਨਾਂ ਨੂੰ ਕਹਿਣਾ ਇਹੀ ਸੀਗਾ ਕਿ ਮੇਰਾ ਤੁਹਾਡੇ ਕੋਲ ਆਉਣ ਦਾ ਇੱਕੋ ਇੱਕ ਮਤਲਬ ਹੈ ਕਿ ਤੁਸੀਂ ਜਿਸ ਲੜਾਈ 'ਚ ਲੜਨ 'ਚ ਆਏ ਹੋਏ ਹੋ, ਤੁਸੀਂ ਇੱਥੇ ਲੜਾਈ ਲੜਨੀ ਹੈ, ਤੇ ਅਸੀਂ ਲੋਕ ਜਿਹੜੇ ਬਾਹਰ ਬੈਠੇ ਹੋਏ ਹਾਂ, ਜਿਸ ਤਰ੍ਹਾਂ ਦੀ ਅਸੀਂ ਮਦਦ ਕਰ ਸਕਦੇ ਹਾਂ, ਅਸੀਂ ਤੁਹਾਡੀ ਮਦਦ ਜਿਹੜੀ ਹੈਗੀ ਆ ਉਹ ਕਰਨੀ ਹੈ. ਲੇਟੈਸਟ ਮੈਨੂੰ ਯਾਦ ਹੈ ਕਿ ਹੁਣੇ ਪਿਛਲੇ ਹਫ਼ਤੇ ਜਦੋਂ ਮੈਂ ਗਿਆ ਸੀਗਾ ਤਾਂ ਸਿੰਘੂ ਸਟੇਜ ਤੋਂ ਮੈਨੂੰ ਜਿਹੜੀ ਹੈਗੀ ਆ ਬੋਲਣ ਦਾ ਥੋੜਾ ਮੌਕਾ ਮਿਲਿਆ ਸੀ. ਉੱਥੇ ਵੀ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ ਕਿ ਇਹ ਲੋਕ ਜਿਹੜੀ ਸਰਕਾਰ ਹੈ, ਜਿਹੜੀ ਅੰਨੀ ਬੋਲੀ ਤੇ ਗੂੰਗੀ ਸਰਕਾਰ ਹੈ, ਜੇ ਇਸ ਨੂੰ ਬਿਲਕੁਲ ਇਹ ਗੱਲ ਦਿਖਾਈ ਨਹੀਂ ਦੇ ਰਿਹਾ ਕਿ ਜਿਹੜੇ ਲੋਕ ਤੁਹਾਡੇ ਅੰਨ ਤੁਹਾਡੇ ਵਾਸਤੇ ਪੈਦਾ ਕਰਦੇ ਨੇ, ਦਿਨ ਰਾਤ ਕੰਮ ਕਰਦੇ ਨੇ, ਹਨੇਰੀ ਮੀਂਹ ਝੱਖੜ ਉਹਦੇ 'ਚ ਕੰਮ ਕਰਦੇ ਨੇ, ਗਰਮੀ ਸਰਦੀ 'ਚ ਤੁਹਾਡੇ ਵਾਸਤੇ ਕੰਮ ਕਰਦੇ ਨੇ, ਉਹਨਾਂ ਦੇ ਨਾਲ ਤੁਸੀਂ ਗੱਲ ਕਰਨ ਨੂੰ ਤਿਆਰ ਨਹੀਂ ਹੋਏ, ਔਰ ਇੱਕ ਕਰੋਨਾ ਜੈਸੀ ਬਿਮਾਰੀ ਜਿਹੜੀ ਹੈਗੀ ਆ ਉਹਦੇ ਨਾਲ ਉਹਨਾਂ ਨੂੰ ਡਰਾ ਰਹੇ ਹੋ. ਮੈਂ ਫਿਰ ਮੇਰਾ ਇੱਕੋ ਵਰਡ ਸੀਗਾ, ਭਾਵੇਂ ਡਾਕਟਰ ਹੋਣ ਦੇ ਨਾਤੇ ਇਹ ਗੱਲ ਜ਼ਰੂਰ ਹੈ ਕਿ ਬਿਮਾਰੀ ਇਹ ਖਤਰਨਾਕ ਹੈਗੀ ਹੈ ਔਰ ਸਾਨੂੰ ਜਿਹੜਾ ਹੈਗਾ ਉਹਦੇ ਤੋਂ ਥੋੜਾ ਅਵੇਅਰ ਰਹਿਣਾ ਪਵੇਗਾ. ਲੇਕਿਨ ਮੈਂ ਸਟੇਜ ਤੇ ਇਹ ਗੱਲ ਕਹੀ ਕਿ ਜਿਹੜੇ ਲੋਕ ਫਿਰ ਹੱਕ ਸੱਚ ਦੀ ਲੜਾਈ ਲੜਦੇ ਨੇ ਉਹ ਬਿਮਾਰੀਆਂ ਤੋਂ ਨਹੀਂ ਡਰਦੇ.
ਸੋ ਕਿਸਾਨਾਂ ਨੂੰ ਕਰੋਨਾ ਜੈਸੀ ਬਿਮਾਰੀ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ, ਅਵੇਅਰ ਹੋਣ ਦੀ ਜ਼ਰੂਰਤ ਜ਼ਰੂਰ ਹੈ, ਥੋੜਾ ਕੌਸ਼ੀਅਸ ਰਹਿਣ ਦੀ ਜ਼ਰੂਰਤ ਹੈਗੀ ਹੈ। ਸੋ ਇਹ ਸਾਡਾ ਮੰਤਵ ਸੀਗਾ, ਜਿਹਦੇ ਨਾਲ ਅਸੀਂ ਵੱਖਰੇ ਵੱਖਰੇ ਬਾਰਡਰਸ, ਜਿਸ ਤਰ੍ਹਾਂ ਸਿੰਘੂ ਬਾਰਡਰ ਤੇ ਅਸੀਂ 2 ਵਾਰੀ ਵਨ-ਡੇ ਕੈਂਪ ਲਾਇਆ, ਫਿਰ ਪਹਿਲਾਂ ਟਿਕਰੀ ਬਾਰਡਰ ਤੇ ਵਨ-ਡੇ ਕੈਂਪ ਲਾਇਆ, ਸ਼ਾਹਜਹਾਨ ਬਾਰਡਰ ਦੇ ਉੱਤੇ ਬਿਲਕੁਲ ਹੈਲਥ ਸਰਵਿਸਿਜ਼, ਉੱਥੇ 3 ਦਿਨ ਅਸੀਂ ਸਟਾਰਟ ਦੇ ਵਿੱਚ ਜਦੋਂ ਸ਼ਾਹਜਹਾਨ ਬਾਰਡਰ ਸਟਾਰਟ ਹੋਇਆ ਉੱਥੇ 3 ਦਿਨ ਕੈਂਪ ਲਾਇਆ, ਤੇ ਮਿਡਲ ਆਫ ਦਾ ਦਸੰਬਰ ਤੋਂ ਇਹ ਰੈਗੂਲਰ ਕੈਂਪ ਜਿਹੜਾ ਨਾ ਟਿਕਰੀ ਬਾਰਡਰ ਦੇ ਉੱਤੇ ਪਕੌੜਾ ਚੌਂਕ ਤੇ ਰੈਗੂਲਰ ਹੈ। ਮੈਨੂੰ ਆਪ ਬਹੁਤ ਵਾਰੀ ਮੌਕਾ ਮਿਲਦਾ, ਹਫ਼ਤੇ 'ਚ ਕਈ ਵਾਰੀ ਮੈਨੂੰ ਜਾਣ ਦਾ ਉੱਥੇ ਮੌਕਾ ਮਿਲਦਾ, ਤੇ ਰੈਗੂਲਰ ਫਾਰਮਾਸਿਸਟ ਜਿਹੜਾ ਹੈਗਾ ਉਹ ਉੱਥੇ ਜਿਹੜੀਆਂ ਸਰਵਿਸਿਜ਼ ਜਿਹੜੀਆਂ ਨੇ ਉਹ 24/7 ਜਿਹੜੀਆਂ ਸਰਵਿਸਿਜ਼, ਮਾਈਨਰ ਜੀ ਅਸੀਂ ਓਪੀਡੀ ਵੀ ਓਪੀਡੀ ਤਾਂ ਚੱਲਦੀ ਰਹਿੰਦੀ ਹੈ 24/7, ਮਾਈਨਰ ਆਪਰੇਸ਼ਨ ਥੀਏਟਰ ਵੀ ਰੱਖਿਆ ਹੋਇਆ ਹੈ। ਈਵਨ ਜਿਸ ਤਰ੍ਹਾਂ ਆਪਾਂ ਅੱਜ ਇਹ ਰੌਲਾ ਪਿਆ ਹੋਇਆ ਸਾਰਾ ਆਕਸੀਜਨ ਦਾ, ਅਸੀਂ ਉੱਥੇ ਆਕਸੀਜਨ ਕੰਸਨਟਰੇਟਰ ਰੱਖਿਆ ਹੋਇਆ ਉਸ ਕੈਂਪ ਦੇ ਵਿੱਚ ਜਿਹੜੀ ਹੈਗੀ ਹੈ। ਕੋਈ ਐਮਰਜੈਂਸੀ ਆਵੇ ਤਾਂ 2 ਬੈੱਡ ਵੀ ਰੱਖੇ ਹੋਏ ਉਹਨਾਂ ਨੂੰ ਡੀਲ ਕਰਨ ਵਾਸਤੇ। So this is how we are running this sort of mini hospital at Tikri border. ਡਾਕਟਰ ਸਾਹਿਬ, ਆਕਸੀਜਨ ਤਾਂ ਬਹੁਤ ਲੇਟੈਸਟ ਸਟੇਜ ਤੇ ਲੋੜ ਪੈਂਦੀ ਹੈ ਹਨਾ ਜੀ, ਤੇ ਹਾਂਜੀ ਇਹਦਾ ਪੈਨਿਕ ਬਹੁਤ ਕ੍ਰੀਏਟ ਹੋਇਆ ਹੈ, ਤੇ ਤੁਸੀਂ ਕੁਝ ਸਲਾਹ ਦੇਣਾ ਚਾਹੋਗੇ ਲੋਕਾਂ ਨੂੰ ਇਹਦੇ ਬਾਰੇ? ਦੇਖੋ, ਇੱਕ ਗੱਲ ਨੂੰ ਤਾਂ ਆਪਾਂ ਨੂੰ ਯਾਦ ਰੱਖਣਾ ਪਏਗਾ ਕਿ ਇਹ ਜਿਹੜੇ ਕਰੋਨਾ ਵਾਲੇ ਕੇਸਿਸ ਹੁੰਦੇ ਨੇ, ਇਹ 90-95% ਤੱਕ ਤਾਂ ਇਹਨਾਂ ਨੂੰ ਸਿਰਫ ਘਰ ਆਈਸੋਲੇਸ਼ਨ ਦੀ ਜ਼ਰੂਰਤ ਹੁੰਦੀ ਹੈ, ਔਰ ਕੋਈ ਜ਼ਿਆਦਾ ਦਵਾਈ ਦੀ ਜ਼ਰੂਰਤ ਨਹੀਂ ਹੁੰਦੀ। ਸਿੰਪਲ ਇਮਿਊਨਿਟੀ ਬੂਸਟਰ ਜਿਹੜੇ ਹੈਗੇ ਆ ਲੈਣੇ, ਉਹਦੇ 'ਚ ਬੁਖਾਰ ਹੋਵੇ ਤਾਂ ਉਹਦੇ 'ਚ ਆਪਾਂ ਹੀ ਪੈਰਾਸੀਟਾਮੋਲ, ਕ੍ਰੋਸਨ ਦੀ ਗੱਲ ਕਰਦੇ ਹਾਂ। ਆਕਸੀਜਨ ਜਿਹੜੀ ਹੈਗੀ ਆ ਇਹ ਬਹੁਤ ਥੋੜੀ ਪਰਸੈਂਟੇਜ ਹੁੰਦੀ ਹੈ ਜਿਸ ਨੂੰ ਆਕਸੀਜਨ ਦੀ ਜ਼ਰੂਰਤ ਪੈਂਦੀ ਹੈ। ਔਰ ਅੱਜ ਹੈਲੋ ਹਾਂਜੀ ਹੈਲੋ ਹਾਂ, ਆਕਸੀਜਨ ਦੀ ਜ਼ਰੂਰਤ ਜਿਹੜੀ ਹੈਗੀ ਹੈ ਇਹਦੇ 'ਚ ਵੀ 3-4 ਪੁਆਇੰਟਸ ਜਿਹੜੇ ਹੈਗੇ ਨੇ ਉਹ ਆ ਰਹੇ ਨੇ। ਜੇ ਆਪਾਂ ਸਾਰੇ ਨੂੰ ਅਸੈਸ ਕਰੀਏ ਤਾਂ ਉਹਦੇ 'ਚ ਇੱਕ ਤਾਂ ਇਹ ਆ ਰਿਹਾ ਸੀਗਾ ਕਿ ਸਰਕਾਰ ਨੇ ਤਾਂ 1 ਸਾਲ ਬੈਠੀ ਰਹੀ ਔਰ ਕੁਝ ਵੀ ਕਿਸੇ ਕਿਸਮ ਦੀ ਕੋਈ ਏਦਾਂ ਦੀ ਇਹਨਾਂ ਨੇ ਤਿਆਰੀ ਨਹੀਂ ਕੀਤੀ, ਕਿ ਹਰ ਗੱਲ ਇਹ ਬੰਦਾ ਕਹਿੰਦਾ ਸੀਗਾ ਕਿ ਸੈਕੰਡ ਵੇਵ ਆਏਗੀ ਸੀਰੀਅਸ ਹੋਏਗੀ, ਸੈਕੰਡ ਵੇਵ ਆਏਗੀ ਸੀਰੀਅਸ ਹੋਏਗੀ, ਲੇਕਿਨ ਤਿਆਰੀ ਜਿਹੜੀ ਹੈਗੀ ਉਹ ਆਲਮੋਸਟ ਜ਼ੀਰੋ ਰਹੀ, ਜਿਹਦੇ 'ਚ ਆਕਸੀਜਨ ਜਿਹੜੀ ਸੀ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਪਾਰਟ ਸੀਗਾ, ਜਿਸ ਦੇ ਵਿੱਚ ਲੋਕਾਂ ਨੇ ਪੰਜਾਬ ਵਿੱਚ ਤਾਂ ਬਹੁਤ ਵੱਡਾ ਘਪਲਾ ਹੋਇਆ ਇਹਨਾਂ ਨੇ। ਮੈਂ ਅੱਗੇ ਕਿਹਾ, ਕਿਉਂਕਿ ਮੈਂ ਇਨਕੁਆਇਰੀ ਵੀ ਪਾਈ ਸੀਗੀ ਪੰਜਾਬ ਦੇ ਵਿੱਚ ਇੱਕ ਸਿਲੰਡਰ ਜਿਹੜਾ ਹੈਗਾ ਉਹ 4-4, 5-5 ਹਜ਼ਾਰ ਮਹਿੰਗਾ ਖਰੀਦਿਆ ਇਹਨਾਂ ਨੇ। ਪਿਛਲੇ ਸਾਲ 250 ਸਿਲੰਡਰ ਖਰੀਦੇ ਸੀਗੇ ਅਕਤੂਬਰ-ਨਵੰਬਰ ਦੇ ਵਿੱਚ, ਉਸ ਇਨਕੁਆਇਰੀ ਦਾ ਕੋਈ ਜਵਾਬ ਨਹੀਂ ਦਿੰਦੇ। ਦੂਸਰੀ ਗੱਲ ਇਹ ਸੀਗੀ ਕਿ ਇਹ ਆਕਸੀਜਨ ਜਿਹੜੀ ਹੈਗੀ ਹੈ ਇਹ ਲਾਸਟ ਸਟੇਜ ਦੇ ਵਿੱਚ ਯੂਜ਼ ਕਰਨ ਦੀ ਜ਼ਰੂਰਤ ਪੈਂਦੀ ਹੈ, ਲੇਕਿਨ ਦੇਖਿਆ ਇਹ ਜਾ ਰਿਹਾ ਕਿ ਲੋਕ ਜਿਵੇਂ ਆਪ ਮੋਰੇ ਹੋ ਕੇ ਨਾ, ਜਿਹਦੀ ਕੋਈ ਚਲਦੀ ਸੀਗੀ ਉਹ ਬੈੱਡ ਮੱਲੀ ਬੈਠਾ। ਤੁਸੀਂ ਦੇਖਿਆ ਕੱਲ ਜਿਹੜਾ ਹੈਗਾ ਇਹ ਨਿਊਜ਼ ਆਈ ਹੈ ਕਿ ਨੋਇਡਾ ਤੋਂ 200 ਬੈੱਡ ਜਿਹੜੇ ਹੈਗੇ ਉਹ ਖਾਲੀ ਕਰਾ ਦਿੱਤੇ ਗਏ। ਇਸੇ ਕਰਕੇ ਖਾਲੀ ਕਰਾ ਗਏ, ਲੋਕ ਜਿਹੜੇ ਜਿਨ੍ਹਾਂ ਨੂੰ ਨਹੀਂ ਵੀ ਸੀ ਆਕਸੀਜਨ ਦੀ ਜ਼ਰੂਰਤ ਉਹ ਵੀ ਬੈੱਡ ਜਿਹੜਾ ਮੱਲ ਕੇ ਬੈਠੇ ਹੋਏ ਨੇ। ਸੋ ਇਸ ਕਰਕੇ ਨਾ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਸੀ, ਫਿਲਟਰ ਕਰਨਾ ਚਾਹੀਦਾ ਸੀਗਾ। ਜਿਸ ਤਰ੍ਹਾਂ ਮੈਮ ਸਿਮਰਨ ਕਹਿ ਰਹੇ ਨੇ ਕਿ ਸ਼ੀ ਇਜ਼ ਇਨ UK, ਜੋ ਮੈਂ ਇੱਥੇ ਸੋਸ਼ਲ ਮੀਡੀਆ ਤੇ ਇੱਕ ਨਿਊਜ਼ ਜਿਹੜੀ ਪੜ੍ਹ ਰਿਹਾ ਸੀਗਾ ਕਿ ਉਹਨਾਂ ਨੇ ਉਦੋਂ ਫਿਲਟਰ ਕੀਤਾ ਕਿ ਕਿਹੜੇ ਪੇਸ਼ੈਂਟ ਜਿਹੜੇ ਹੈਗੇ ਨੇ ਉਹਨਾਂ ਨੂੰ ਆਕਸੀਜਨ ਦੀ ਜ਼ਰੂਰਤ ਹੈ। ਇਹ ਨਹੀਂ ਹੈ ਕਿ ਜਿਹੜਾ ਪੇਸ਼ੈਂਟ ਆਵੇ ਉਹੀ ਬੈੱਡ ਮੱਲ ਕੇ ਬੈਠ ਜਾਏ, ਜਾਂ ਜਿਹਦੀ ਚੱਲਦੀ ਆ ਉਹ ਬੈੱਡ ਕੇ, ਜਾਂ ਜਿਹੜਾ ਪੇਮੈਂਟ ਕਰ ਸਕਦਾ ਹੈ ਉਹ ਬੈੱਡ ਮੱਲ ਲਵੇ। ਇਸ ਤਰ੍ਹਾਂ ਨਹੀਂ, ਉਹਨਾਂ ਨੂੰ ਫਿਲਟਰ ਕਰਨਾ ਪੈਣਾ ਸੀਗਾ। ਇੱਥੇ ਵੀ ਜ਼ਰੂਰਤ ਸੀਗੀ ਕਿ ਪੇਸ਼ੈਂਟ ਜਿਹੜੇ ਉਹਨਾਂ ਨੂੰ ਫਿਲਟਰ ਕਰਦੇ ਕਿ ਕਿਹੜੇ ਪੇਸ਼ੈਂਟ ਨੂੰ ਆਕਸੀਜਨ ਦੀ ਜ਼ਰੂਰਤ ਹੈਗੀ ਹੈ ਉਸ ਨੂੰ ਉੱਥੇ ਰੱਖਿਆ ਜਾਂਦਾ, ਬਲਕਿ ਇਹ ਨਹੀਂ ਹੈਗਾ ਕਿ ਜਿਹੜਾ ਮਰਜ਼ੀ ਆਇਆ ਤੇ ਉਹ ਕਹੇ ਜੀ ਮੈਨੂੰ ਆਕਸੀਜਨ ਲਾ ਦਿਓ, ਤੁਸੀਂ ਬੈੱਡ ਤੇ। ਜਾਂ ਜਿੰਨੇ ਖਾਸ ਕਰਕੇ ਪ੍ਰਾਈਵੇਟ ਹਸਪੀਟਲ ਵਾਲੇ ਤਾਂ ਬਹੁਤ ਜ਼ਿਆਦਾ ਠੱਗੀ ਮਾਰ ਰਹੇ ਨੇ, ਬਹੁਤ ਜ਼ਿਆਦਾ ਠੱਗੀ ਮਾਰ ਰਹੇ ਨੇ। ਜਿਹੜੇ ਗਵਰਨਮੈਂਟ ਹਸਪੀਟਲ ਵਾਲੇ ਨੇ ਉਹਨਾਂ ਨੂੰ ਉਹ ਲੋਕਾਂ ਦੀ ਸਿਹਤ ਦੇ ਪ੍ਰਤੀ ਸੁਹਿਰਦ ਨਹੀਂ ਹੈਗੇ, ਉਹਨਾਂ ਨੂੰ ਜਿਹੜਾ ਇੰਨਾ ਚਾਹ ਨਹੀਂ ਹੈਗਾ ਕਿ ਅਸੀਂ ਲੋਕਾਂ ਦੀ ਜਾਨ ਬਚਾਉਣੀ ਹੈ। ਜਿਹੜੇ ਪ੍ਰਾਈਵੇਟ ਹਸਪੀਟਲ ਵਾਲੇ ਨੇ ਉਹਨਾਂ ਨੂੰ ਲੱਗਿਆ ਕਿ ਵਧੀਆ ਮੌਕਾ ਲੱਗਿਆ ਹੋਇਆ ਔਰ ਤੁਸੀਂ ਜਿਹੜੀ ਹੈਗੀ ਆ ਉਹ ਲੁੱਟ ਕਰਨੀ ਹੈ। ਕੱਲ ਮੈਨੂੰ ਇੱਕ ਬੰਦਾ ਕਹਿ ਰਿਹਾ ਸੀਗਾ ਕਿ ਅਸੀਂ ਕੁਝ ਆਪਣੇ ਲੈਵਲ ਤੇ ਸਾਡੀਆਂ ਇੱਥੇ NGOs ਜਿਹੜੀਆਂ ਚੱਲਦੀਆਂ ਨੇ, ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਉਸ ਹਸਪੀਟਲ ਦੇ ਵਿੱਚ, ਜਿਵੇਂ ਪ੍ਰਭ ਆਸਰਾ ਕੁਰਾਲੀ ਦੇ ਨੇੜੇ, ਚੰਡੀਗੜ੍ਹ ਦੇ ਨੇੜੇ ਹੀ ਹੈ ਇਹ ਹਾਊਸ ਫਾਰ ਦਾ ਡੈਸਟੀਟਿਊਟਸ, ਕਿ ਉੱਥੇ ਆਕਸੀਜਨ ਦਾ ਕੁਝ ਅਰੇਂਜਮੈਂਟ ਕਰੀਏ। ਤਾਂ ਇੱਕ ਮੁੰਡਾ ਮੈਨੂੰ ਜਿਹੜਾ ਹੈਗਾ ਆਣ ਕੇ ਕਹਿੰਦਾ ਡਾਕਟਰ ਸਾਹਿਬ ਉੱਥੇ ਤਾਂ 25,000 ਰੁਪਏ ਦੀ ਜਿਹੜੀ ਹੈਗੀ ਆ ਰਿਸ਼ਵਤ ਲਈ ਜਾ ਰਹੀ ਹੈ ਇੱਕ ਸਿਲੰਡਰ ਦੀ। ਇਹਦਾ ਮਤਲਬ ਜਿਹੜਾ ਸਿਲੰਡਰ ਆਪਾਂ ਖਰੀਦ ਰਹੇ ਹਾਂ, ਦਿੱਲੀ 'ਚ ਤਾਂ ਮੰਨਿਆ ਗਿਆ 30,000 40,000 ਰੁਪਏ ਦਾ ਇੱਕ ਸਿਲੰਡਰ ਵਾਧੂ ਖਰੀਦਿਆ। ਸਰਕਾਰ ਨੂੰ ਕਿਉਂ ਨਹੀਂ ਪਤਾ ਲੱਗਦਾ ਵੀ ਜੇ 40,000 ਦਾ ਇੱਕ ਬੰਦਾ ਕਹਿ ਰਿਹਾ ਮੀਡੀਆ ਦੇ ਵਿੱਚ ਮੈਂ ਸਿਲੰਡਰ 40,000 ਰੁਪਏ ਦਾ ਖਰੀਦ ਕੇ ਲੈ ਕੇ ਆਇਆ ਐਕਸਟਰਾ, ਉਸ ਬੰਦੇ ਨੂੰ ਕਿਉਂ ਨਹੀਂ ਫੜਿਆ ਜਾਂਦਾ ਜਿਹੜੀ ਕਾਲਾ ਬਾਜ਼ਾਰੀ ਜਿਹੜੀ ਕਰਦੀ ਹੈ ਉਹਦੇ 'ਚ। ਮੈਂ ਦੱਸਣਾ ਚਾਹਾਂਗਾ ਕਿ ਜਦੋਂ ਇਹ ਕੋਵਿਡ ਪਿਛਲੇ ਸਾਲ ਜਨਵਰੀ ਦੇ ਵਿੱਚ ਸਟਾਰਟ ਹੋਇਆ, ਜਿਵੇਂ 30 ਜਨਵਰੀ ਨੂੰ ਪਹਿਲਾ ਕੇਸ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਆਇਆ, ਇੰਡੀਆ ਦੇ ਵਿੱਚ ਰਾਦਰ ਆਇਆ, ਕੇਰਲਾ 'ਚ ਪਹਿਲਾ ਕੇਸ ਸੀਗਾ 30 ਜਨਵਰੀ ਨੂੰ ਹੋਇਆ ਸੀਗਾ। ਇੱਥੇ ਪੰਜਾਬ ਦੇ ਵਿੱਚ ਇਸ ਕਾਲਾ ਬਾਜ਼ਾਰੀ ਦੇ ਉੱਤੇ ਮੈंने ਕਿੰਨੀਆਂ ਸਾਰੀਆਂ ਕੰਪਲੇਂਟਸ ਪਾਈਆਂ। ਜਦੋਂ ਮਾਸਕ ਦੀ ਕਾਲਾ ਬਾਜ਼ਾਰੀ ਹੋਈ, ਜਦੋਂ ਸੈਨੀਟਾਈਜ਼ਰਸ ਦੀ ਕਾਲਾ ਬਾਜ਼ਾਰੀ ਹੋਈ, ਜਦੋਂ ਤੁਹਾਨੂੰ ਦੱਸਿਆ ਕਿ ਆਕਸੀਜਨ ਦੀ ਕਾਲਾ ਬਾਜ਼ਾਰੀ ਹੋਈ, ਲੇਕਿਨ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਚੁੱਪ ਕਰਕੇ ਆਰਾਮ ਨਾਲ ਕੰਨ ਮਰੋੜੀ ਬੈਠੀਆਂ ਨੇ। ਇੱਕ ਵੀ ਗੱਲ ਉਹਨਾਂ ਦੇ ਅੰਦਰ ਨਹੀਂ ਜਾਂਦੀ, ਜਿਸ ਕਰਕੇ ਅੱਜ ਇੰਡੀਆ ਜਿਹੜਾ ਹੈਗਾ
ਅਸਲ 'ਚ ਜੇ ਆਪਾਂ ਇਹ ਗੱਲ ਕਹੀਏ ਕਿ ਕਰੋਨਾ ਨਾਲ ਨਹੀਂ ਮਰ ਰਹੇ ਮਰੀਜ਼ ਜਿਹੜੇ ਹੈਗੇ ਨੇ ਇਹ ਨਾਨ ਪਲੈਨਿੰਗ ਕਰਕੇ ਮਰ ਰਹੇ ਨੇ ਔਰ ਉਹਦੀ ਦੀ ਸਾਰੀ ਜ਼ਿੰਮੇਵਾਰੀ ਸਰਕਾਰਾਂ ਦੀ ਹੈ ਜਿਹੜੀਆਂ ਸਰਕਾਰਾਂ ਅੱਜ ਦੀ ਕਦੀ ਝੂਠੀਆਂ ਤੇ ਰਿਸ਼ਵਤਖੋਰ ਸਰਕਾਰਾਂ ਨੇ। ਐਬਸੋਲੂਟਲੀ ਠੀਕ ਹੈ, ਥੈਂਕ ਯੂ। Can I start with you, Dr. Mitra? Can't hear you. Hello. Yes, can you hear me? Yeah. Yes, hello. Am I audible? Yeah. Yes, I am. So, thank you so much, Dr. Multani. ਤੁਸੀਂ actually ਬੜੀ ਸਾਨੂੰ ਇੱਕ true picture ਦਿੱਤੀ ਹੈ and that people should know ਕਿ ਕੀ ਹੋ ਰਿਹਾ ਹੈ. I want to bring Dr. Mitra. You live in Kolkata and it's just very heartening to see that you are spending your time, energy all the way in Punjab. Can you tell us how you got involved and what propelled you to come and set up camp in is it Singhu border? And we must say thank you to your commendable work to start. Welcome everyone. Namaste. Namaste. Actually, जो काम हम करने कोशिश कर रहे हैं, it is not, we cannot thank any one of us. We are all joining to them. हम लोग सब लोग कोशिश कर रहे इकट्ठे होके हम We've lost him, I think. 1 minute. हमारा देश का बहुत एक ऐतिहासिक जो most trying to participate. We are hello. Yes. Hello, it is okay. Sound is okay. हाँ. Yes, So in yes. this historic moment, हमारा देश का ऐतिहासिक मुहूर्त में हम लोग सभी इकट्ठे होके हम कुछ तैयार करने, कुछ सिचुएशन को फेस करने और कुछ क्राइसिस को ओवरकम करने में कोशिश कर रहे हैं। हम लोग जो मेडिकल सर्विस सेंटर से आए हैं, मेडिकल सर्विस सेंटर इज ए सोशियो मेडिकल वॉलंटरी ऑर्गेनाइजेशन। शास्त्र कर्मी से जितना सारे हेल्थ कैटेगरीज है, सुपर स्पेशलिस्ट तक से हेल्थ वर्कर तक, विलेज का ऑल सिस्टम्स का, जो मॉडर्न मेडिसिन का, होम्योपैथिक, आयुर्वेदिक, यूनानी, जितना हमारा सिस्टम्स ऑफ मेडिकल प्रैक्टिस है, सभी लोग को लेके दिस इज ए वॉलंटरी ऑर्गेनाइजेशन, स्वेच्छासेवक भित्तिक। इट इज ए टोटली वॉलंटरी सिस्टम which we sustain on the support of common people, of citizens, of our friends, of our colleagues and people at large. So we are running for 44 years now. One of our, we work in disaster, distress and deprivation of health. So जहाँ जितना सारे आपदा होता है, हमारा देश के बाहर आसपास में भी, नेपाल का अर्थक्वेक तक हम लोग काम किया, जो सुनामी, जो साइक्लोन, जो भूकंप, जो बाढ़ आते हैं हर साल, ये सब हम लोग वी ट्राई टू इन्वॉल्व यंगस्टर्स, जो मेडिकल स्टूडेंट्स, यंगस्टर्स जो मेडिकल स्टूडेंट्स, नर्सिंग स्टूडेंट्स, पैरामेडिकल स्टूडेंट्स एंड यंग प्रोफेशनल, जो जस्ट जूनियर डॉक्टर्स, रेसिडेंट्स, जूनियर नर्सेज, इन लोग को इन्वॉल्व करके वी ट्राई टू इन्वॉल्व देम टू अंडरस्टैंड द हेल्थ सिनेरियो, टू वर्क वेयर देयर इज नो इंफ्रास्ट्रक्चर। मतलब हम लोग तो अस्पताल सिनेरियो के अंदर हम काम करते हैं, तो हाउ इज इट टू वर्क आउटसाइड जहाँ पे कोई सेटअप नहीं है। तो ये हम लोग 40 साल से 44 इयर्स तक करते करते, जहाँ पे इवन राइट ऑफ पीपल इज एट रिस्क, हेल्थ राइट एंड जनरल राइट ऑफ पीपल एट रिस्क, वहां पे भी हम लोग वी ट्राई टू इंस्टीट्यूट ए मेडिकल सर्विस, like very historical movements like Singur and Nandigram in 2007 in West Bengal, when entire tracts of people, the entire villages, they were rounded up, they were looted, they were attacked with bullets, and even women were raped. We instituted, the first day of curfew was removal, we moved into the camp, into the area to start medical team over there, and we identified the bullet injuries and rape, which was totally suppressed by the police and the ruling organization, and by even the government hospital under pressure, they could not record, government doctors could not record it under the severe administrative threat. So we try to stand by. Last year when the Shaheen Bagh movement was going on, in Shaheen Bagh, when the genocide was there around in slums in Delhi, in various parts of the country where the dharnas were going on for months, we tried to support with medical support over there. As medical workers, हम लोग क्या कर पाते हैं, हम ये कर पाते हैं ताकि जो मोर्चा में जिन लोग हैं, जो प्रोटेस्टर्स है, वो बेइलाज न रहे, वो स्वस्थ रहे और वो संघर्ष जारी रख पाए।
It is with this mission we came to Delhi. Actually पहले 4-5 दिन मेरा तो मीडिया में तो नहीं था, इसीलिए हम लोग समझ नहीं पा रहे थे. Actually 26th November तो सारा देश में मोर्चा था. In different parts of the country people were participating. But यहाँ पे जो जब कैजुअलिटी होने लगा, जब टीयर गैस, आंसू गैस, जब पानी का कमान चलने लगा, जब उतना सर्दी के टाइम में कैजुअलिटीज होने लगा, उस टाइम हम लोग we came onto the scenario. We rapidly rushed in with a plan to stay. हम छोटा एक ताबू लेके हम आए. So 2nd December से we could start. 2nd December we established the first base camp at Singhu. We started functioning from there in Singhu. Then on 6th December we did survey at Tikri, and gradually we could start later at Tikri. So gradual, step by step, we could institute. I'll tell you the details of how we are working. About up till now, in this 160 days of OPD we could run. In this 160 days between Singhu and Tikri, we could run 237 days of OPD. Out in which we have satellite camps also from the base camp, like in Tikri along the Rohtak bypass on the 86th pole. We had a satellite camp 6.5-7 kilometers from the main city. In Singhu also around PDI Mall, about 4 kilometers, 5 kilometers from the center. We are based just behind the जो मेन स्टेज है उसका बिल्कुल पीछे पहले उसमें बहुत गैप था. स्टेज बड़ा होते होते कम अप टू द कॉमन वॉल. इट इज नॉट कॉमन वॉल विद अस. एक ही वॉल हम लोग का है, बिल्कुल पीछे हम लोग है. वहां से 5 किलोमीटर तक हम लोग वहां पे भी सैटेलाइट बनाया. वैसे करके वहां से वी मूव अराउंड फ्रॉम द सैटेलाइट अगेन वी मूव अराउंड. वी हैव मोबाइल टीम्स आल्सो. सो वी कुड डू अबाउट 64 days of satellite camps, and we could do about 30 mobile teams. So with this we could cover about 50,000 patients up till now. Exact number is 49,600 something number of patients we have covered. So this is the volume of around 50,000. Whatever we can say, 50,000 patients we have seen up to in this 160 days of camp. So what we are trying to do you have? Yes. Sorry, Dr. Mitra. Yes, How many people do you have to help you? Because it seems to me like we're doing there's 50,000 patients and so many days of OPD. What is the team strength, and what kind of problems are you seeing? What kind of issues do farmers have when they come to you? Yeah. Exactly. I'm telling that actually we are, as I told you, we are a volunteer base. Our entire purpose is to involve the youngsters and imbibe them ideologically, to understand. It is a professional responsibility. Since we are trained to be physicians, we are trained to be nurses, we are trained to be paramedical staff. It is our responsibility to bear the health necessity. उनको जो स्वास्थ्य का जो चाहत है उसका हमको fulfill करना चाहिए. Whether I am in a hospital, whether I am salaried, whether I am sitting in my own chamber, or यहाँ पे there is no difference, because we feel it is our हमका जिम्मेदारी है. हमका training, मेरा training है. Very noble thought, Dr. Mitra. Very noble indeed. Thinking without even thinking about the remunerations. So no, it's not at all. With remuneration, we feel that with remuneration you cannot do this service. Yes. Only if you are imbibed, only if you feel it is your responsibility. अपना जिम्मेदारी हो, वो जिम्मेदारी हम execute कर जाते हैं. Not just because I'm getting something. तो इसीलिए जो हम लोग volunteer team batch by batch आते जाते हैं. It's not one team at a time. About 3-4 of us are staying almost 4 months, more than 4 months now. But most of the team, about 7 to 15 days, they come in batches. So they, because they take. Yes, ma'am. No, I was just going to say that obviously when you become a doctor, you take is it the Hippocratic oath, which means that you've got to help everybody. That's the ideology that you're following. Actually, no, Hippocratic oath, with Hippocratic oath, we cannot follow this. We have to go beyond Hippocratic oath. Yeah, Hippocratic oath is, now it is actually, they call Geneva, the Geneva code is there, more developed than Hippocratic code. But beyond that, we have to go beyond that, because when the system, in the basic medical ethics, we cannot, we have to be part of the system. But here, when the system is attacking our own people, when our existing system is making our existence at risk,
हम लोग अपना जिम्मेदारी अपना लेना चाहिए। जब हमारा पूरा हेल्थ सिस्टम कॉर्पोरेट में दे जा रहा है, हमारा पूरा एग्रीकल्चर कॉर्पोरेट में दे जा रहा है, पूरा जमीन कॉर्पोरेट के दे जा रहा है, वी विल cease to exist. So we have to rise above. So that is a more wider ethics. तो इसीलिए हमारा volunteers जो आते हैं बैच बाय बैच आते हैं. So we have up to now more than 150 volunteers coming in. Out of them about 30 doctors, then about 50 nurses and paramedical staff. I would like to interject one thing. I really like the fact that if we do not do it ourselves, if we do not take upon ourselves, then who's going to look after the country? Exactly. Look after the citizens ultimately, right? So yeah. Carrying on from there, I want to call in Mr. Avtar Singh Benipal, who's running the Life Care Foundation 24/7 hospital called the Kisan Ekta Hospital. And मैं ਉਹਨਾਂ ਨੂੰ ਚਾਹਾਂਗੀ ਕਿ ਕੁਝ ਥੋੜਾ ਬਹੁਤਾ ਸਾਨੂੰ ਦੱਸਣ ਕਿਵੇਂ ਕਰ ਰਹੇ ਹੈਗੇ ਇਹਨਾਂ ਦਾ 8 to 10 ਬੈਡਸ ਦਾ ਹਸਪੀਟਲ ਹੈਗਾ ਜਿਹੜਾ ਇਹ ਰਨ ਕਰ ਰਹੇ ਹੈ। ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਇਹਨਾਂ ਦੀ ਟੀਮ ਬੜਾ ਅੱਛਾ ਕੋਆਰਡੀਨੇਟ ਕਰ ਰਹੀ ਹੈ। there is no politics involved in their team and they are coordinating very well। ਸਾਰਿਆਂ ਨਾਲ ਕਰ ਰਹੇ ਨੇ, ਸਾਰੇ ਡਾਕਟਰਸ ਦੇ ਨਾਲ ਮੈਡੀਸਿਨਸ ਪਹੁੰਚਾਉਂਦੇ ਹੈ, ਹਰ ਕੋਈ ਇੱਕ ਦੂਸਰੇ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। तो ਇਹਨਾਂ ਨੂੰ ਸਭ ਤੋਂ ਪਹਿਲਾਂ ਮੇਰਾ ਇਹੀ ਸਵਾਲ ਹੈ ਕਿ ਤੁਸੀਂ ਕਿਵੇਂ ਇਸ ਮੋਰਚੇ ਦੇ ਨਾਲ ਲੱਗੇ? ਸਭ ਤੋਂ ਪਹਿਲਾਂ ਜੀ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਆਵਾਜ਼ ਆ ਰਹੀ ਹੈ ਜੀ ਮੇਰੀ? ਹਾਂਜੀ, ਬਹੁਤ ਠੀਕ ਆ ਰਹੀ ਹੈ ਜੀ। ਠੀਕ ਹੈ। ਦੇਖੋ ਮੈਂ ਬੇਸਿਕਲੀ ਮੈਂ ਇੱਕ ਫਾਰਮਾਸਿਸਟ ਹਾਂ। ਪਿਕਚਰ ਨਹੀਂ ਆ ਰਹੀ? ਹਾਂਜੀ, ਯੋਰ ਕੈਮਰਾ ਹਾਂਜੀ ਆ ਰਹੀ ਹੈ ਹੁਣ? ਹਾਂਜੀ। ਬੇਸਿਕਲੀ ਮੈਂ ਇੱਕ ਫਾਰਮਾਸਿਸਟ ਹਾਂ ਔਰ ਮੈਂ ਡੇਰਾਬੱਸੀ ਤੋਂ ਬਿਲੋਂਗ ਕਰਦਾ, ਜਿੱਥੇ ਕਿ ਪਿੰਡ ਮੇਰਾ ਘਰ ਉੱਥੇ ਰਹਿੰਦੇ ਅਸੀਂ ਹਲੇ ਵੀ ਪਿੰਡ 'ਚ ਹੀ। ਸੋ ਡਾਕਟਰ ਦਲੇਰ ਮੁਲਤਾਨੀ ਸਾਡੇ ਇਲਾਕੇ ਤੋਂ ਹੀ ਨੇ। ਇਹਨਾਂ ਤੋਂ ਬਹੁਤ ਪ੍ਰੇਰਿਤ ਹੋਏ ਹਾਂ ਆਪਾਂ। ਇਹਨਾਂ ਦੀ ਸੇਵਾਵਾਂ ਬੜੀ ਦੇਰ ਤੋਂ ਦੇਖਦੇ ਆ ਰਹੇ ਹਾਂ। ਇਹਨਾਂ ਦੀਆਂ ਆਪਣੇ ਪੂਰੇ ਏਰੀਏ 'ਚ ਪੇਸ਼ੈਂਟ ਲਈ ਬਹੁਤ ਵੱਡਾ ਮਤਲਬ ਇੱਕ ਸਿੱਖਣ ਨੂੰ ਬਹੁਤ ਕੁਝ ਮਿਲਿਆ। ਸੋ ਆਪਣੀ ਗੱਲ ਕਰਦੇ ਹਾਂ ਹਸਪੀਟਲ ਦੀ। ਅਸੀਂ ਵੀ 30 ਨਵੰਬਰ ਨੂੰ ਜਦੋਂ ਆਏ ਇੱਥੇ ਤਾਂ ਸਿਰਫ 2 ਦਿਨ ਦਾ ਮੈਡੀਕਲ ਕੈਂਪ ਲਾਉਣ ਆਏ ਸੀ ਅਸੀਂ। ਸੋ ਉਸ ਤੋਂ ਬਾਅਦ ਦੇਖਿਆ ਅਸੀਂ ਸ਼ੂਗਰ ਦੇ ਜੋ ਪੇਸ਼ੈਂਟਸ ਨੇ ਉਹ ਕਾਫੀ ਜ਼ਿਆਦਾ ਸੀ, ਮਤਲਬ ਜੋ ਸ਼ੂਗਰ ਦੀ ਵੈਲਿਊ ਬਹੁਤ ਜ਼ਿਆਦਾ ਹਾਈ ਆ ਰਹੀ ਸੀ। ਸੋ ਉਦੋਂ ਉਸ ਤੋਂ ਬਾਅਦ ਮਨ ਨਹੀਂ ਕੀਤਾ ਕਿ ਵਾਪਸ ਜਾਣਾ ਹੈ। ਸੋ ਅਸੀਂ ਕੰਟੀਨਿਊ ਕੀਤਾ ਕਿ 1 ਵੀਕ ਹੋਰ ਕਰਾਂਗੇ। ਤਾਂ ਇੱਕ ਹਫ਼ਤੇ ਲਈ ਕੈਂਪ ਨੂੰ ਹੋਰ ਵਧਾਇਆ ਗਿਆ। ਉਦੋਂ ਇੱਕ ਟੇਬਲ ਤੋਂ ਸ਼ੁਰੂ ਕੀਤਾ ਸੀਗਾ ਸੋ ਦੈਟ ਉਹਨੂੰ ਕਰਦੇ ਹੋਏ ਤਾਂ ਜੋ ਸ਼ੂਗਰ ਦੀ ਵੈਲਿਊਜ਼ ਜ਼ਿਆਦਾ ਸੀਗੀ, ਲੋਕੀ ਲੰਗਰ 'ਚ ਬਿਜੀ ਸੀਗੇ, ਤਾਂ ਅਸੀਂ ਆਪਣੀ ਲੈਬ ਵਾਲੀ ਟੀਮ ਨੂੰ ਬੁਲਾਇਆ। ਕਿਉਂਕਿ ਜਦੋਂ ਮੈਂ ਪਿੰਡ ਤੋਂ ਡੇਰਾਬੱਸੀ ਤੋਂ ਤੁਰੇ ਸੀਗੇ ਅਸੀਂ ਤਾਂ ਮੈਂ ਇਕੱਲਾ ਹੀ ਸੀਗਾ। ਸੋ ਮੇਰੇ ਕੋਲ ਵਲੰਟੀਅਰ ਨਹੀਂ ਸੀਗੇ, ਤਾਂ ਮੇਰੇ ਕੋਲ ਆਪਣਾ ਪੇਡ ਸਟਾਫ ਸੀਗਾ। ਉਹਨਾਂ ਨੂੰ ਲੈ ਕੇ ਆਪਾਂ ਟਰਾਲੀ ਟੂ ਟਰਾਲੀ ਸ਼ੂਗਰਾਂ ਟੈਸਟ ਕਰਨੀ ਸ਼ੁਰੂ ਕੀਤੀਆਂ ਤਾਂ ਜੋ ਉਹਨਾਂ ਨੂੰ ਪਰਹੇਜ਼ ਕਰਾਇਆ ਜਾਏ। ਪਰ ਉੱਥੋਂ ਜੋ ਗੱਲ ਨਿਕਲ ਕੇ ਆਈ ਕਿ ਜਿਹੜੀਆਂ ਪ੍ਰਸਕ੍ਰਾਈਬਡ ਮੈਡੀਸਿਨਸ ਨੇ, ਜਿਵੇਂ ਏਮਸ ਤੋਂ ਲਿਖੀ ਹੁੰਦੀ ਹੈ, ਫੋਰਟਿਸਮੈਕਸ ਜਾਂ ਕਿਸੇ ਵੱਡੇ ਅਦਾਰੇ ਤੋਂ ਜਾਂ PGI ਤੋਂ ਲਿਖੀ, ਉਹ ਦਵਾਈਆਂ ਜਾਂ ਦੌਰੇ ਵਾਲੀਆਂ ਦਵਾਈਆਂ ਜਿਵੇਂ ਮਿਰਗੀ ਦੇ ਦੌਰੇ ਦੀਆਂ, ਸੋ ਉਹ ਦਵਾਈਆਂ ਉਹਨਾਂ ਬਜ਼ੁਰਗਾਂ ਕੋਲ ਜਿਹੜੇ ਨੌਜਵਾਨ ਸੀਗੇ ਖਤਮ ਸੀਗੀਆਂ। ਉਹ ਬੜੀਆਂ ਪ੍ਰੋਬਲਮ ਆਉਣੀਆਂ ਸੀ ਉਹਨਾਂ ਨੂੰ। ਸੋ ਅਸੀਂ ਇੱਕ ਉਪਰਾਲਾ ਚੱਕਿਆ ਕਿ ਉਹ ਮੈਡੀਸਿਨ ਅਰੇਂਜ ਕਰਕੇ ਦੇਵਾਂਗੇ। ਸੋ ਅਸੀਂ ਇੱਥੋਂ ਪਾਣੀਪਤ ਜਾਣਾ ਜਾਂ ਡੇਰਾਬੱਸੀ ਤੋਂ ਜਾਂ ਦਿੱਲੀ ਤੋਂ ਉਹ ਮੈਡੀਸਿਨ ਅਰੇਂਜ ਕਰਕੇ ਦੇਣੀਆਂ ਸ਼ੁਰੂ ਕੀਤੀਆਂ। ਉਸ ਤੋਂ ਬਾਅਦ ਜ਼ਰੂਰਤ ਪਈ ਕਿ ਲੈਬ ਦੀ, ਅਸੀਂ ਇੱਕ ਲੈਬ ਦਾ ਸੈਟਅਪ ਲਗਾਇਆ ਇੱਥੇ, ਤਾਂ ਲੈਬ ਦੀ ਸਟਾਰਟਿੰਗ ਕੀਤੀ। ਫਿਰ ਜਿਵੇਂ ਜਿਵੇਂ ਟਾਈਮ ਨਿਕਲਦਾ ਗਿਆ ਤਾਂ ਮਹਿਸੂਸ ਹੋਇਆ ਕਿ ਬਹੁਤ ਕਿਉਂਕਿ ਸੋਣਾ ਅਸੀਂ ਆਪਣੇ ਟੈਂਟਾਂ 'ਚ ਹੀ ਹੁੰਦਾ ਸੀਗਾ। ਸੋ ਉੱਥੇ ਅਸੀਂ ਫਿਰ ਜੋ ਰਾਤ ਨੂੰ ਵੀ ਕੋਈ ਉਠਾ ਲੈਂਦਾ ਸੀ ਤਾਂ ਅਸੀਂ ਡਿਵਾਈਡ ਕਰਤੀ ਟੀਮ ਕਿ 24 ਆਵਰ ਕਰ ਦਿੱਤਾ ਜਾਏ। ਅਸੀਂ ਸਟਾਰਟਿੰਗ ਤੋਂ ਹੀ 24 ਆਵਰ ਮੈਡੀਕਲ ਸੇਵਾਵਾਂ ਦੇ ਰਹੇ ਹਾਂ। ਸੋ ਬੜੀ ਅਚੀਵਮੈਂਟ ਸਾਡੀ ਇਹ ਰਹੀ ਹੈ ਕਿ ਗੁਰੂ ਮਹਾਰਾਜ ਨੇ, ਅਸੀਂ ਨਹੀਂ ਕਹਿ ਸਕਦੇ ਕਿ ਅਸੀਂ ਸੇਵਾ ਲਾਈ ਹੈ, ਇਹ ਤਾਂ ਉਹਨਾਂ ਦੀ ਕਿਰਪਾ ਬਖਸ਼ਿਸ਼ ਸੀਗੀ ਕਿ ਉਹਨਾਂ ਨੇ ਸੇਵਾ ਸਾਡੇ ਤੋਂ ਲਈ ਹੈ। ਨਹੀਂ ਸਾਡੀ ਕੀ ਸੀਗਾ, ਸਾਨੂੰ ਨੂੰ ਪਤਾ ਸੀਗਾ ਅਸੀਂ ਇੰਨੇ ਲੰਬੇ ਸਮੇਂ ਲਈ ਆਏ ਹਾਂ। ਸੋ ਹਾਂਜੀ ਹਾਂ, ਉਹਦੇ 'ਚ ਵਾਧਾ, ਉਹਦੇ 'ਚ ਕਿਰਪਾ ਨਾਲ ਕੁਝ ਅੱਗੇ ਵੱਧ ਵੀ ਨਹੀਂ ਸਕਦਾ ਹੈਗਾ। ਗੁਰੂ ਦੀ ਓਟ ਹੈ ਜਿਹੜਾ ਕਿ ਤੁਸੀਂ ਸਾਰੇ ਬਹੁਤ ਵਧੀਆ ਕੰਮ ਕਰ ਰਹੇ ਹੋ। ਤੇ ਉਸ ਤੋਂ ਬਾਅਦ ਆਪਾਂ ਜਦੋਂ ਟੈਂਟਾਂ 'ਚ ਸੌਂਦੇ ਸੀਗੇ 24 ਘੰਟੇ ਕਰਤਾ ਤਾਂ ਫਿਰ ਜ਼ਰੂਰਤ ਸਮਝੀ ਕਿ ਜੋ ਸਾਰੇ ਮੈਡੀਕਲ ਕੈਂਪ ਹੈ, ਬਿਕੋਜ਼ ਆਪਾਂ ਵੀ ਵਿੱਚੇ ਹੈ, ਸੋ ਜ਼ਰੂਰਤ ਪੈਂਦੀ ਸੀ ਵੀ ਪੇਸ਼ੈਂਟ ਨੂੰ ਕਿੱਥੇ ਭੇਜਿਆ ਜਾਏ। ਜੇ ਕੋਈ ਐਮਰਜੈਂਸੀ ਪੈਂਦੀ ਹੈ ਤਾਂ ਸਾਡਾ ਸਵਾਲ ਸੀਗਾ ਵੀ ਉਹ ਪੇਸ਼ੈਂਟ ਕਿੱਥੇ ਜਾਵੇ, ਉਹ ਬਜ਼ੁਰਗ ਕਿੱਥੇ ਜਾਵੇ, ਅਨਨੋਨ ਏਰੀਆ ਹੈ, ਕਿਸੇ ਨੂੰ ਨਹੀਂ ਪਤਾ। ਇਹੀ ਸਵਾਲ ਮੀਡੀਆ ਤੋਂ ਸੀਗਾ, ਇਹੀ ਸਭ ਲਈ ਸਵਾਲ ਸੀਗਾ ਵੀ ਕਿੱਥੇ ਜਾਈਏ, ਕਿਉਂਕਿ ਮੈਡੀਕਲ ਕੈਂਪਸ ਨੂੰ ਸਪੋਰਟ ਦੇਣੀ ਬਹੁਤ ਜ਼ਰੂਰੀ ਸੀ। ਸੋ ਉਹਨੂੰ ਦੇਖਦੇ ਹੋਏ ਅਸੀਂ ਇੱਕ ਡਾਕਟਰ ਡੇਰਾਬੱਸੀ ਤੋਂ ਨੇ, ਉਹਨਾਂ ਨਾਲ ਗੱਲ ਕੀਤੀ, ਡਾਕਟਰ ਸ਼ਰਮਾ ਜੀ, ਵੀ ਅਸੀਂ ਤੁਹਾਨੂੰ ਸੈਲਰੀ ਦੇਵਾਂਗੇ, ਔਨ ਸੈਲਰੀ ਤੇ ਤੁਸੀਂ ਸਾਡੀ ਹੈਲਪ ਕਰੋ, ਨਰਸਿੰਗ ਸਟਾਫ ਲੈ ਕੇ ਜੁਆਇਨ ਕਰੋ।
ਸੋ ਚਲੋ ਉਹਨਾਂ ਨੇ ਦਿਲ 'ਚ ਹਮਦਰਦੀ ਆਈ ਕਿ ਆਪਾਂ ਵੀ ਕਿਸਾਨਾਂ ਲਈ ਕੁਝ ਕਰੀਏ। ਸੋ 1 ਲੱਖ ਸੈਲਰੀ ਸੀ ਉਹਨਾਂ ਦੀ, ਤਾਂ ਉਹਨਾਂ ਨੂੰ ਅਸੀਂ ਜੁਆਇਨ ਕਰਵਾਇਆ ਇੱਥੇ। ਤਾਂ 4 ਬੈੱਡ ਦੇ ਹਸਪੀਟਲ ਤੋਂ ਸ਼ੁਰੂ ਕੀਤਾ ਇਹ ਉਪਰਾਲਾ। ਉਸ ਟਾਈਮ ਇੰਨੇ ਜ਼ਿਆਦਾ ਪੇਸ਼ੈਂਟ ਆਉਂਦੇ ਸੀਗੇ, ਹਾਰਟ ਦੇ MI ਦੇ ਕੇਸਿਸ ਕਾਫੀ ਸੀਗੇ, ਤੇ ECG ਵਗੈਰਾ ਦਾ ਸ਼ੁਰੂ ਕਰਤਾ, ਆਕਸੀਜਨ ਦਾ ਵੀ ਸ਼ੁਰੂ ਕਰਤਾ, ਐਸਥਮਾ ਦੇ ਕੇਸਿਸ ਬਹੁਤ ਸੀਗੇ। ਕਿਉਂਕਿ ਜਿਹੜੇ ਏਰੀਆ 'ਚ ਅਸੀਂ ਬੈਠੇ ਹਾਂ ਇੱਥੇ TDS 2200 ਹੈ, ਪਾਣੀ ਦਾ TDS ਬਹੁਤ ਜ਼ਿਆਦਾ ਹੈ, ਪੋਲਿਊਸ਼ਨ ਬਹੁਤ ਜ਼ਿਆਦਾ ਹੈ, ਕਿਉਂਕਿ ਪੂਰਾ ਇੰਡਸਟਰੀ ਏਰੀਆ ਇੱਥੇ, ਉਹਦੇ ਕਰਕੇ ਵੀ ਦਿੱਕਤਾਂ ਬਹੁਤ ਫੇਸ ਕਰਨੀ ਪਈਆਂ। ਸੋ ਹਸਪੀਟਲ ਸ਼ੁਰੂ ਕੀਤਾ ਗਿਆ, ਉਹਦੇ 'ਚ ਫਿਰ ਹੋਰ ਵਾਧਾ ਕੀਤਾ, ਅਸੀਂ ਉਹਨੂੰ 8 ਬੈੱਡ ਦਾ ਹਸਪੀਟਲ ਕਰਤਾ। ਤੋ ਉਸ ਟਾਈਮ ਸਾਡੇ ਨਾਲ ਅਸੀਂ ਖਾਲਸਾ ਏਡ ਨਾਲ ਜੁੜੇ ਵੀ ਸਾਨੂੰ ਤੁਹਾਡੀ ਸਪੋਰਟ ਦੀ ਜ਼ਰੂਰਤ ਹੈ, ਕਿਉਂਕਿ ਮੈਂ ਆਪਣੇ ਪੱਲਿਓ ਦੇਖੋ ਕੋਈ ਵੀ ਸੇਵਾ ਪਹਿਲੇ ਤਾਂ ਆਪਣੇ ਘਰ ਤੋਂ ਸ਼ੁਰੂ ਹੁੰਦੀ ਹੈ। ਸੋ ਡੈਡੀ ਨੂੰ ਵੀ ਕਿਹਾ ਸੀਗਾ, ਮੈਂ ਕਿਹਾ ਆਲੂ ਚੰਗੇ ਸੋਹਣੇ ਰੇਟਾਂ ਦੇ ਵੇਚੇ ਹੋਏ ਆ, ਤੇ ਹੁਣ ਇੱਧਰ ਲਾਓ ਪੈਸੇ। ਉਹਨਾਂ ਦੀ ਵੀ ਆਪਦਾ ਜੋ ਸੇਵਾ ਲਵਾਈ ਆਪਾਂ ਚੰਗੀ ਇੱਥੇ। ਤੇ ਉਸ ਤੋਂ ਬਾਅਦ ਖਾਲਸਾ ਏਡ ਨੇ ਸਹਿਯੋਗ ਦਿੱਤਾ, ਜੋ ਮੇਜਰ ਪਾਰਟ ਸੀਗਾ ਹਸਪੀਟਲ ਦਾ, ਡਾਕਟਰ ਦੀ ਸੈਲਰੀ ਵਾਲਾ ਪਾਰਟ, ਸੋ ਉਹਨਾਂ ਨੇ ਅੱਜ ਤੱਕ ਉਹ ਨਿਭਾਉਂਦੇ ਆ ਰਹੇ ਹੈ। ਸੋ ਜਿਵੇਂ ਵੀ ਅਗਰ ਮੈਂ ਅਚੀਵਮੈਂਟ ਦੀ ਗੱਲ ਕਰਾਂ ਤਾਂ ਅੱਜ ਡੇਟ ਤੱਕ ਆਪਾਂ ਤਕਰੀਬਨ 2780 ਦੇ ਕਰੀਬ ਸਾਡੇ ਕੋਲ ਐਮਰਜੈਂਸੀ 'ਚ IPD 'ਚ ਕੇਸ ਜੋ ਹੋਏ ਹੈ, ਐਡਮਿਸ਼ਨਾਂ ਹੋਈ ਸੀਗੀਆਂ, ਐਸਥਮਾ ਵਾਲੇ, ਹਾਰਟ ਵਾਲੇ, ਸਟਿਚਿਸ ਵਾਲੇ, ਹੋਰ ਬਹੁਤ ਤਰ੍ਹਾਂ ਦੀਆਂ ਐਮਰਜੈਂਸੀਜ਼ ਜੋ ਆਈ ਸੀਗੀਆਂ ਗੈਸਟ੍ਰੋ ਰਿਲੇਟਡ। ਸੋ ਉਹਨਾਂ ਦਾ ਟ੍ਰੀਟਮੈਂਟ ਕੀਤਾ ਗਿਆ। ਸਿਰਫ 50 ਪੇਸ਼ੈਂਟ ਸਾਨੂੰ ਹਾਇਰ ਸੈਂਟਰ ਭੇਜਣੇ ਪਏ। ਉਹਨਾਂ 50 ਚੋਂ ਵੀ ਇੱਕ ਵੀ ਸੋਨੀਪਤ ਗਏ ਆ, ਰੋਹਤਕ ਗਏ ਆ, ਇੱਕ ਵੀ ਕੋਰੋਨਾ ਪੋਜ਼ਿਟਿਵ ਨਹੀਂ ਆਇਆ। ਸਾਡੇ ਕੋਲ ਕੋਈ ਫੀਡਬੈਕ ਨਹੀਂ ਆਇਆ ਤੁਹਾਡਾ ਮੋਰਚੇ ਤੋਂ, ਹਸਪੀਟਲ ਤੋਂ ਆਇਆ ਵੀ ਇਹਨੂੰ ਕੋਵਿਡ ਹੈ, ਨਥਿੰਗ, ਕੋਈ ਕੋਵਿਡ ਦਾ ਪੇਸ਼ੈਂਟ ਨਹੀਂ ਸੀਗਾ। ਹੁਣ ਵੀ ਨਹੀਂ ਹੈਗਾ। ਹੁਣ ਵੀ ਬਜ਼ੁਰਗ ਬਹੁਤ ਚੜ੍ਹਦੀ ਕਲਾ ਨੇ, ਉਹਨਾਂ ਦੇ ਜੋ ਹੌਸਲੇ ਨੇ ਉਹ ਜਿੱਤ ਪਾਉਂਦੇ ਆ। ਜਦੋਂ ਤੁਹਾਡਾ ਹੌਸਲਾ ਬੁਲੰਦ ਹੁੰਦਾ ਹੈ ਤਾਂ ਗੁਰੂ ਮਹਾਰਾਜ ਦੀ ਕਿਰਪਾ ਵੀ ਤੁਹਾਡੇ ਤੇ ਉਨੀ ਹੋ ਰਹਿੰਦੀ ਹੈ ਵੀ ਹਾਂ ਚੜ੍ਹਦੀ ਕਲਾ ਰਹਿੰਦੇ ਆ। ਹੁਣ ਬਜ਼ੁਰਗਾਂ 'ਚ ਹੌਸਲਾ ਦੇਖ ਕੇ ਸਾਡਾ ਖੁਦ ਦਾ ਹੌਸਲਾ ਇੰਨਾ ਵੱਧ ਜਾਂਦਾ ਹੈ। ਉਹ ਸਾਨੂੰ ਕਹਿੰਦੇ ਆ ਰੁਮਾਲ ਨਾ ਪਾਇਆ ਕਰੋ ਕਾਕਾ, ਸਾਡੀ 85 ਸਾਲ ਦੀ ਉਮਰ ਹੈ, ਅਸੀਂ ਨਹੀਂ ਪਾਉਂਦੇ। ਪਰ ਆਪਾਂ ਕਹਿੰਦੇ ਆ ਬਜ਼ੁਰਗਾਂ ਨੂੰ, ਬਾਪੂ ਜੀ ਇਹ ਮਿੱਟੇ ਘੱਟੇ ਤੋਂ ਪਾਉਂਦੇ ਆਪਾਂ, ਐਲਰਜੀ ਨਾ ਹੋ ਜੇ। ਉਹਨਾਂ ਨੂੰ ਥੋੜਾ ਜਿਹਾ ਮਤਲਬ ਇਸ ਪਾਸੇ ਮੋੜ ਲਈਦਾ ਵੀ ਚਲੋ ਥੋੜਾ ਜਿੰਨਾ ਪਰਹੇਜ਼ ਕਰ ਸਕਣ ਚੰਗੀ ਗੱਲ ਹੈ। ਡਾਈਟ ਦਾ ਧਿਆਨ ਰੱਖਿਓ ਆਪਣੀ, ਪਾਣੀ ਜ਼ਿਆਦਾ ਪੀਓ, ਉਹਨਾਂ ਨੂੰ ਗਾਈਡ ਕਰੀਦਾ। ਸੋ ਜਿਵੇਂ ਜਿਵੇਂ ਦਿੱਕਤਾਂ ਆਈਆਂ, ਹੁਣ ਦਿੱਲੀ ਦੀ ਗੱਲ ਕਰਦੇ ਆ, ਜੋ ਕਰੋਨਾ ਦੀ ਪ੍ਰੋਬਲਮ ਆ ਰਹੀ ਹੈ। ਸੋ ਜਿਵੇਂ ਡਾਕਟਰ ਦਲੇਰ ਮੁਲਤਾਨੀ ਨੇ ਦੱਸਿਆ, ਬਹੁਤ ਵਧੀਆ ਦੱਸਿਆ ਉਹਨਾਂ ਨੇ ਵੀ। ਇੱਕ ਮੈਂ ਤੁਹਾਨੂੰ ਹੋਰ ਗੱਲ ਸ਼ੇਅਰ ਕਰਦਾ, ਸਾਡੇ ਇੱਥੇ ਨਰਸਿੰਗ ਸਟਾਫ ਨੇ, ਸਾਡੇ ਕੋਲ 2 ਡੇ ਟਾਈਮਸ ਨੇ, 1 ਨਾਈਟ 'ਚ ਨੇ। ਜਿਨ੍ਹਾਂ ਕੋਲ ਪਾਵਰਫੁਲ ਲੋਕ ਨੇ, ਪੈਸਾ ਹੈ ਜਿਨ੍ਹਾਂ ਕੋਲ, ਉਹ ਨਰਸਿੰਗ ਸਟਾਫ 5000 ਪਰ ਡੇ ਤੇ ਰੱਖਣਾ ਸ਼ੁਰੂ ਕਰਤਾ। ਸਾਨੂੰ ਵੀ ਦਿੱਕਤ ਆਣੀ ਸ਼ੁਰੂ ਹੋਈ। 5000 ਪਰ ਡੇ, ਜਿੱਥੇ ਕਿ 20 ਤੋਂ 25000 ਮਹੀਨੇ ਦੀ ਸੈਲਰੀ ਹੁੰਦੀ ਹੈ, ਤਾਂ 5000। ਸੋ ਉਹਨਾਂ ਨੂੰ ਵੀ ਹੋਇਆ ਵੀ ਅਸੀਂ ਫਰੰਟ ਲਾਈਨ ਤੇ ਜਾਣਾ ਹੀ ਹੈ ਤਾਂ ਅਸੀਂ ਪੈਸੇ ਕਮਾਈਏ। ਸੋ ਏਦਾਂ ਦੀਆਂ ਪ੍ਰੋਬਲਮਸ ਆਣੀਆਂ ਸ਼ੁਰੂ ਹੋ ਰਹੀਆਂ, ਆਮ ਲੋਕਾਂ ਨੂੰ ਸਰਵਿਸਾਂ ਮਿਲਣੀਆਂ ਬੰਦ ਹੋ ਰਹੀਆਂ। ਕਰੋਨਾ ਹੈਗਾ ਹੈ, ਦਿੱਲੀ 'ਚ ਹੈਗਾ ਹੈ, ਸਾਡੇ ਧਰਨੇ ਤੇ ਨਹੀਂ ਹੈਗਾ। ਜਿਹਨੂੰ ਡਰ ਲੱਗਦਾ ਹੈ ਉਹ ਸਾਡੇ ਧਰਨੇ ਤੇ ਨਹੀਂ ਆਉਂਦਾ, ਜੋ ਨਹੀਂ ਜੋ ਨਿਡਰ ਹੈ ਉਹ ਧਰਨੇ ਤੇ ਆਉਂਦਾ ਹੈ, ਚੜ੍ਹਦੀ ਕਲਾ ਹੈ। ਬਟ ਉੱਥੇ ਲੋਕ ਨਾ ਇਸ ਚੀਜ਼ ਨਾਲ ਜ਼ਿਆਦਾ ਪੈਨਿਕ ਹੋ ਰਹੇ ਹੈ ਕਿ ਸਾਨੂੰ ਆਕਸੀਜਨ ਨਹੀਂ ਮਿਲਣੀ, ਸਾਨੂੰ ਬੈੱਡ ਨਹੀਂ ਮਿਲਣਾ ਹਸਪੀਟਲ 'ਚ। ਇਸ ਚੀਜ਼ ਨਾਲ ਲੋਕ ਬਹੁਤ ਜ਼ਿਆਦਾ ਪੈਨਿਕ ਹੋ ਰਹੇ। ਤੁਹਾਡਾ ਮਤਲਬ ਹੋਰਡਿੰਗ ਸ਼ੁਰੂ ਹੋ ਗਈ ਪੈਨਿਕ ਦੇ ਨਾਲ, ਉਹਦੇ ਨਾਲ ਪ੍ਰਾਈਸਿਸ ਵੀ ਵੱਧ ਗਈਆਂ ਹੈਗੀਆਂ। ਪ੍ਰਾਈਸਿਸ ਵੱਧ ਗਈਆਂ ਜੀ, ਬਿਲਕੁਲ। ਉਹਨਾਂ ਨੂੰ ਰੈਮਡੀਸਿਵਿਰ ਇੰਜੈਕਸ਼ਨਸ ਹੈ, VIPs ਲਈ ਅਵੇਲੇਬਲ ਨੇ। ਜੋ ਆਮ ਪਬਲਿਕ ਹੈ ਉਹ ਧੱਕੇ ਖਾਂਦੀ ਫਿਰ ਰਹੀ ਹੈ ਸੜਕਾਂ ਤੇ। ਕਾਲਸ ਆਨੀ ਹੈ, ਅਸੀਂ ਡੇਲੀ ਕਿਸੇ ਨਾ ਕਿਸੇ ਨੂੰ ਇੱਕ ਅੱਧਾ ਸਿਲੰਡਰ ਕਿਤੋਂ ਨਾ ਕਿਤੋਂ ਅਰੇਂਜ ਕਰਕੇ ਜ਼ਰੂਰ ਦਿੱਲੀ ਕਰਦੇ ਹਾਂ। ਪਰਸੋਂ ਮਾਰਨਿੰਗ ਸਾਡੇ ਕੋਲ ਇੱਕ ਫੋਨ ਆਇਆ ਸਾਨੂੰ, ਤਕਰੀਬਨ ਸਾਡੇ ਕੋਲ ਪੇਸ਼ੈਂਟ 4 ਵਜੇ ਆਇਆ ਹਸਪੀਟਲ। ਪਹਿਲਾਂ ਉਹਦੀ ਹਿਸਟਰੀ ਲਈ ਅਸੀਂ ਕਿ ਤੁਹਾਨੂੰ ਪ੍ਰੋਬਲਮ ਕੀ ਹੈ। ਐਕਚੁਅਲੀ ਉਹਨਾਂ ਦੇ ਸਾਂਸ ਵਾਲੀ ਪਾਈਪ ਪਈ ਹੋਈ ਸੀਗੀ ਉਹਨਾਂ ਦੇ, ਤੋਂ 10 ਸਾਲ ਪਹਿਲਾਂ ਆਪਰੇਸ਼ਨ ਹੋਇਆ ਸੀਗਾ। ਕਿਉਂਕਿ ਦੇਖੋ ਆਕਸੀਜਨ ਦੀ ਜ਼ਰੂਰਤ ਇਕੱਲੇ ਕਰੋਨਾ ਵਾਲੇ ਪੇਸ਼ੈਂਟ ਨੂੰ ਨਹੀਂ ਹੈਗੀ, ਹੋਰ ਵੀ ਬਹੁਤ ਡਿਜ਼ੀਜ਼ ਨੇ ਜਿਨ੍ਹਾਂ 'ਚ ਆਕਸੀਜਨ ਦੀ ਜ਼ਰੂਰਤ ਪੈਂਦੀ ਹੈ। ਉਹ ਪੇਸ਼ੈਂਟ, ਉਹ ਫੈਮਿਲੀਜ਼ ਵੀ ਸਰਵਾਈਵ ਕਰ ਰਹੀਆਂ ਆਕਸੀਜਨ ਦੇ ਚੱਕਰ 'ਚ, ਕਿਤੇ ਨਾ ਕਿਤੇ ਉਹਨਾਂ ਦੀ ਵੀ ਡੈਥਸ ਹੋ ਰਹੀਆਂ। ਸੋ ਉਹਨਾਂ ਨੂੰ ਸਪੋਰਟ ਦੇਣਾ ਸਾਡਾ ਵੀ ਫਰਜ਼ ਬਣਦਾ ਇੱਕ ਇਨਸਾਨੀਅਤ ਦੇ ਨਾਤੇ। ਸੋ ਹਸਪੀਟਲ ਆਏ, ਇਹਨਾਂ ਨੇ ਪ੍ਰਾਇੋਰਟੀ ਦੇ ਤੌਰ ਤੇ ਸਾਡੀ ਟੀਮ ਨੇ ਉਹਨਾਂ ਨੂੰ ਅਟੈਂਡ ਕੀਤਾ। ਉਹਨਾਂ ਦੀ ਕੋਈ ਕਰੋਨਾ ਹਿਸਟਰੀ ਨਹੀਂ ਸੀ, ਕੁਝ ਨਹੀਂ ਸੀ, ਕਿਉਂਕਿ ਸਾਡਾ ਕੋਈ ਕੋਵਿਡ ਹਸਪੀਟਲ ਨਹੀਂ ਹੈਗਾ ਨਾ। ਸਾਡਾ ਧਰਨਾ ਵੀ ਸਾਡਾ ਨੋਨ ਕੋਵਿਡ ਹੈ, ਤੇ ਅਸੀਂ ਕੋਵਿਡ ਵਾਲਾ ਪੇਸ਼ੈਂਟ ਵੀ ਨਹੀਂ ਲਾਂਦੇ। ਕੋਵਿਡ ਵਾਲੇ ਨੂੰ ਅਸੀਂ ਹੈਲਪ ਕਰ ਦਿੰਦੇ ਹਾਂ, ਉਹਨੂੰ ਆਕਸੀਜਨ ਚਾਹੀਦੀ ਹੈ, ਉਹਨੂੰ ਐਂਬੂਲੈਂਸ ਚਾਹੀਦੀ ਹੈ, ਕੋਈ ਹੈਲਪ ਚਾਹੀਦੀ ਸਾਡੇ ਵੱਲੋਂ, ਅਸੀਂ ਕਿਸਾਨ ਧਰਨੇ ਵੱਲੋਂ ਪੂਰੀ ਉਹਦੀ ਹੈਲਪ ਕਰਦੇ ਹਾਂ। ਕਿਉਂਕਿ ਸਾਡਾ ਹਲੇ ਵੀ ਬਲੱਡ ਦਾ ਕਲਰ ਲਾਲ ਹੈ, ਵਾਈਟ ਚਿੱਟਾ ਨਹੀਂ ਹੋਇਆ, ਹਲੇ ਸਫੇਦ ਨਹੀਂ ਹੋਇਆ ਸਾਡਾ। ਮੈਂ ਤੁਹਾਨੂੰ ਪੁੱਛਣਾ ਸੀ, ਜਿਹੜੀ ਤੁਹਾਡੀ ਨਰਸਿਸ ਨੇ
ਮਤਲਬ ਜਿਹੜੀ ਤੁਹਾਨੂੰ ਫੰਡਿੰਗ ਆ ਰਹੀ ਹੈ ਇਹ ਤੁਹਾਨੂੰ ਜਿਹੜੀ ਜਿਵੇਂ ਡਾਕਟਰ ਮਿੱਤਰੋ ਦੇ ਤੇ ਸਾਰੇ ਵੋਲੰਟੀਅਰਸ ਨੇ ਆਈ ਪ੍ਰੀਜ਼ਿਊਮ ਕਿ ਉਹਨਾਂ ਨੂੰ ਦੇ ਆਰ ਵਰਕਿੰਗ ਵਿਦਆਊਟ ਐਨੀ ਰਿਮਿਊਨਰੇਸ਼ਨ, ਬਟ ਤੁਹਾਡੇ ਤੇ ਆਬਵੀਅਸਲੀ ਯੂ ਆਰ ਪੇਇੰਗ, ਉਹ ਕਿਸ ਤਰ੍ਹਾਂ ਫਿਰ ਤੁਹਾਡਾ ਖਰਚਾ ਪੂਰਾ ਹੁੰਦਾ ਹੈ? ਮਤਲਬ ਤੁਸੀਂ ਆਲੂ ਇੰਨੇ ਤਾਂ ਨਹੀਂ ਵੇਚੇ ਹੋਣੇ ਕਿ ਇੰਨੇ ਪੈਸੇ ਹੋਣ, ਤੇ ਹਾਊ ਡੂ ਯੂ ਮੈਨੇਜ? ਦੇਖੋ ਵਾਹਿਗੁਰੂ ਦੀ ਬਹੁਤ ਕਿਰਪਾ ਹੈ, ਜਦੋਂ ਆਪਾਂ ਲੱਖਾਂ ਕਰੋੜਾਂ ਰੁਪਏ ਦੇ ਸ਼ੋਰੂਮ ਲੈ ਸਕਦੇ ਹਾਂ ਤਾਂ ਆਪਣੀ ਜੋ ਆਪਣੀ ਜ਼ਮੀਰ ਹੈ ਔਰ ਜੋ ਆਪਣੀ ਜ਼ਮੀਨ ਹੈ ਤੇ ਆਪਣੀ ਅੱਗੇ ਨੂੰ ਜੋ ਜਨਰੇਸ਼ਨ ਹੈ ਉਹਨੂੰ ਬਚਾਉਣ ਵਾਸਤੇ ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਤੁਸੀਂ ਪੜ੍ਹਿਆ ਹੋਊਗਾ, ਕੱਲ ਇੱਕ ਬਜ਼ੁਰਗ ਨੇ 85 ਸਾਲ ਦੇ ਨੇ ਵੈਂਟੀਲੇਟਰ ਇੱਕ ਨੌਜਵਾਨ ਲਈ ਦੇਤਾ ਕਿ ਮੈਂ ਆਪਣੀ ਜ਼ਿੰਦਗੀ ਜੀ ਲਈ ਹੈ, ਉਹਨਾਂ ਦੀ ਡੈਥ ਵੀ ਹੋ ਗਈ ਬਜ਼ੁਰਗ ਦੀ, ਉਸਨੇ ਪਰ ਉਸ ਨੌਜਵਾਨ ਨੂੰ ਬਚਾਉਣਾ ਜ਼ਰੂਰੀ ਸਮਝਿਆ। ਵਾਓ। ਸੋ ਇਹ ਬਹੁਤ ਵੱਡੇ ਐਗਜ਼ਾਮਪਲ ਨੇ ਆਪਣੇ ਇੱਕ ਮਨੁੱਖਤਾ ਲਈ ਇੱਥੇ, ਜਿਵੇਂ ਇਨਸਾਨੀਅਤ ਦੀ ਬਹੁਤ ਵੱਡੀ ਮਿਸਾਈਲ ਹੈ। ਸੋ ਇਹਨੂੰ ਦੇਖਦੇ ਹੋਏ ਅਗਰ ਆਪਾਂ ਗੱਲ ਕਰੀਏ ਤਾਂ ਫੰਡਿੰਗ ਦੀ, ਦੇਖੋ ਸੰਗਤ ਦਾ ਬਹੁਤ ਸਹਿਯੋਗ ਰਿਹਾ, ਜਿਵੇਂ ਤੁਹਾਡੀ ਸੰਸਥਾ ਹੈ ਮੈਡੀਸਿਨ ਦਿੰਦੀ ਹੈ ਤੇ ਹੋਰ ਕਿਸੇ ਨੇ ਕੂਲਰ ਦੇਤਾ, ਕਿਸਾਨ ਏਡ ਹੈ ਇਹਨਾਂ ਨੇ ਸਟ੍ਰੈਚਰ ਦੇਤੇ, ਕੂਲਰ ਦੇਤਾ, ਠੀਕ ਹੈ ਨਾ, ਏਦਾਂ ਦੀਆਂ ਚੀਜ਼ਾਂ, ਮੈਡੀਸਿਨ ਰੈਗੂਲਰ ਪਤਾ ਨਹੀਂ ਕਿੰਨੀ ਕੁ ਸੰਗਤ ਨੇ ਦਿੱਤੀ ਹੈ। ਸੋ ਆਪਣੇ ਵੱਲੋਂ ਵੀ ਬਹੁਤ ਚੰਗਾ ਆਪਾਂ ਜਿੰਨਾ ਕਰ ਸਕਦੇ ਹਾਂ, ਜਿੰਨਾ ਗੁਰੂ ਮਹਾਰਾਜ ਨੇ ਬਖਸ਼ਿਆ ਹੋਇਆ। ਸੋ ਖਾਲਸਾ ਏਡ ਦਾ ਬੜਾ ਸਹਿਯੋਗ ਰਿਹਾ। ਇਹ ਕੁਐਸਚਨ ਨਾ ਆਮ ਮੀਡੀਆ ਦਾ ਵੀ ਰਹਿੰਦਾ ਹੈ, ਨੈਸ਼ਨਲ ਤੇ ਵੀ, ਹੋਰ ਲੋਕਾਂ ਦਾ ਵੀ, ਤੁਹਾਨੂੰ ਫੰਡਿੰਗ ਕੌਣ ਕਰਦਾ? ਸਾਨੂੰ ਫੰਡਿੰਗ ਇਨਸਾਨੀਅਤ ਕਰਦੀ ਹੈ। ਬਿਲਕੁਲ ਜੀ, ਵਧੀਆ ਗੱਲ। ਜਿਹਦੇ ਅੰਦਰ ਜ਼ਮੀਰ ਹੈ ਉਹ ਇਨਸਾਨ ਸਾਨੂੰ ਫੰਡਿੰਗ ਕਰਦਾ। Yes, it's very important and a very valid question that Simran said, because we want to clarify that. ਹੁਣ ਇਹ ਮੋਦੀ ਨੂੰ ਨਹੀਂ, ਸਾਡੇ ਕੋਲ ਜਿਹੜੀ ਸੇਵਾ ਆਂਦੀ ਹੈ ਅਸੀਂ ਉਹਦੇ ਚ ਆਪ ਦਾ ਦਸਵੰਧ ਪਾ ਕੇ ਵੀ ਲਾਉਂਦੇ ਆ, ਪਰ ਕਿਸੇ ਨੂੰ ਗਵਰਨਮੈਂਟ ਤੋਂ ਨਹੀਂ ਪੁੱਛਿਆ ਕਿਸੇ ਨੇ ਵੀ ਤੁਹਾਡੇ ਕੋਲੋਂ ਬਾਹਰੋਂ ਵੀ ਕਰੋੜੋ ਰੁਪਏ ਆ ਰਹੇ ਹੈ ਤੇ ਤੁਸੀਂ ਆਪਦੇ ਖਾਤੇ, ਤੁਸੀਂ ਆਪਦੇ ਅਕਾਊਂਟ ਜਾਰੀ ਕਰ ਦਿੰਦੇ ਹੋ ਵੀ ਅਸੀਂ ਸਾਡੇ ਕੋਲ ਕੁਝ ਰਿਹਾ ਨਹੀਂ ਹੈ, ਸਾਨੂੰ ਪੈਸੇ ਪਾਓ, ਠੀਕ ਹੈ। ਉਹਦਾ ਹਿਸਾਬ ਕਦੇ ਨਹੀਂ ਦਿੱਤਾ ਉਹਨਾਂ ਨੇ ਵੀ ਤੁਹਾਨੂੰ ਕਿੱਥੋਂ ਆ ਰਹੀ ਹੈ ਤੇ ਤੁਸੀਂ ਕੀ ਕਰ ਰਹੇ ਹੋ ਉਹਦੇ ਨਾਲ। ਇੱਕ ਆਮ ਆਦਮੀ ਨੇ ਆਪਣੇ ਬੱਚੇ ਨੂੰ ਡਾਕਟਰ ਬਣਾਉਣਾ ਹੋਏ ਤਾਂ ਪਲਾਟ ਵਿਕ ਜਾਂਦਾ, ਉਹਦਾ ਮਕਾਨ ਵਿਕ ਜਾਂਦਾ, ਠੀਕ ਹੈ। ਇਹ ਡਾਕਟਰ ਨਹੀਂ ਬਣਾ ਸਕਦੇ। ਡਾਕਟਰ ਲਈ ਐਜੂਕੇਸ਼ਨ ਔਰ ਦੂਜੀ ਹੈਗੀ ਆ ਆਪਣੀ ਇੱਥੇ ਮੈਡੀਕਲ ਸੇਵਾਵਾਂ ਤੇ ਐਜੂਕੇਸ਼ਨ, ਦੋਨੋਂ ਕੰਸਰਨ ਨੇ। ਐਜੂਕੇਸ਼ਨ ਨੂੰ ਸਸਤੀ ਕਰਨ ਤਾਂ ਡਾਕਟਰ ਬਣਨ, ਬਹੁਤ ਪੜ੍ਹਨ, ਸਾਡੇ ਪਿੰਡਾਂ ਚੋਂ ਬਣਨ, ਕਿਸਾਨ ਦੇ ਬਣਨ, ਮਜ਼ਦੂਰ ਦੇ ਬੱਚੇ ਡਾਕਟਰਸ ਬਣਨ, ਬੜੇ ਬੜੇ ਹਸਪੀਟਲ ਹੋਣ। ਇਹ ਜਿਹੜੇ 5-5 ਹਜ਼ਾਰ ਤੇ ਹੁਣ ਜਿੱਦਾਂ ਦੀ ਪ੍ਰੋਬਲਮ ਆਈ ਹੈ ਇਹ ਨਾ ਹੋਣ। ਤੁਸੀਂ ਰਫਾਲ ਤਾਂ ਲੈ ਇੰਨੇ ਮਹਿੰਗੇ, ਤੁਸੀਂ ਬਾਹਰ ਨਾਲ ਲੜਨ ਦੀ ਪੂਰੀ ਤਿਆਰੀ ਹੈ, ਤੁਹਾਡਾ ਆਪਣਾ ਅੰਦਰ ਹੀ ਮਜ਼ਬੂਤ ਨਹੀਂ ਹੈ, ਤੁਸੀਂ ਕੀ ਕਰੋਗੇ? ਬਹੁਤ ਵਧੀਆ ਗੱਲ ਕਹੀ, ਬਹੁਤ ਵਧੀਆ ਗੱਲ ਕੀਤੀ। So yes, Simran, over to you. No, I was just going to go back to Dr. Multani ਕਿ ਤੁਹਾਡਾ ਹੁਣ ਜਿਸ ਤਰ੍ਹਾਂ ਤੁਹਾਡਾ ਚੱਲ ਰਿਹਾ ਹੈ, ਤੁਹਾਨੂੰ ਕੀ ਇਸ ਵੇਲੇ ਕਿਹੜੀ ਸਭ ਤੋਂ ਜ਼ਿਆਦਾ ਕੋਈ ਪੋਜ਼ਿਟਿਵ ਸਾਨੂੰ ਦੱਸੋ, ਕੋਈ ਆਪਣਾ ਆਬਵੀਅਸਲੀ ਬੜੇ ਪੋਜ਼ਿਟਿਵਸ ਨੇ, ਨੈਗੇਟਿਵਸ ਵੀ ਨੇ, ਕਿ ਤੁਸੀਂ ਕੀ ਸ਼ੇਅਰ ਕਰਨਾ ਚਾਹੋਗੇ ਆਪਣੇ ਵਿਊਅਰਸ ਦੇ ਨਾਲ? ਦੇਖੋ ਇਸ ਤਰ੍ਹਾਂ ਹੈ ਮੈਮ ਕਿ ਆਪਾਂ ਨੂੰ ਯਾਦ ਰੱਖਣਾ ਪਏਗਾ ਕਿ ਜਿਸ ਢੰਗ ਦੇ ਨਾਲ ਲੋਕਾਂ ਨੇ ਡੋਨੇਸ਼ਨ ਸਟਾਰਟ ਕੀਤੀ ਸੀਗੀ ਜਦੋਂ ਇਹ ਮੋਰਚਾ ਸਟਾਰਟ ਹੋਇਆ, ਉਹਦੇ 'ਚ ਹੁਣ ਦੀ ਕਿਹੜੀ ਕਮੀ ਆ ਚੁੱਕੀ ਹੋਈ ਹੈ ਵਿੱਚ। ਔਰ ਕੁਝ ਸੰਸਥਾਵਾਂ ਜਿਹੜੀਆਂ ਹੈਗੀਆਂ, ਜਿਵੇਂ ਇਹ ਸਾਡੀ ਸੰਸਥਾ ਹੈਗੀ ਹੈ, ਕਾਫੀ ਵੱਡੀ ਸੰਸਥਾ ਹੈਗੀ ਹੈ, ਇਨ ਦਾ ਨੇਮ ਆਫ ਪ੍ਰਭ ਆਸਰਾ, ਜਿਹੜੇ ਇਹ ਮੋਹਾਲੀ ਦੇ ਨੇੜੇ ਕੁਰਾਲੀ ਤੇ ਉੱਥੇ ਪਟਿਆਲਾ ਕੁਰਾਲੀ ਚੱਲਦੀ ਹੈ, ਉੱਥੇ ਇੱਕ 50 ਬੈਡਡ ਹਸਪੀਟਲ ਵੀ ਹੁਣ ਜਿਹੜਾ ਹੈਗਾ ਡੋਨੇਸ਼ਨ 'ਚ ਚੱਲਣਾ ਸ਼ੁਰੂ ਹੋ ਗਿਆ। ਮੇਰੀ ਆਪਣੀਆਂ ਐਨਜੀਓ ਚੱਲਦੀਆਂ ਨੇ ਇਨ ਦਾ ਨੇਮ ਆਫ ਸ਼ੈਲਟਰ ਚੈਰੀਟੇਬਲ ਟਰਸਟ। ਸੋ ਅਸੀਂ ਫ੍ਰੀ ਹਸਪੀਟਲ ਜਿਹੜਾ ਹੈਗਾ ਉਹ ਇਧਰ ਚੰਡੀਗੜ੍ਹ ਡੇਰਾਬੱਸੀ ਵਾਲੀ ਸਾਈਡ ਤੇ ਲਾਲੜੂ ਜਿਹੜਾ ਹੈਗਾ, ਜਿੱਥੋਂ ਤੋਂ ਅਵਤਾਰ ਬਿਲੋਂਗ ਕਰਦੇ ਨੇ। ਔਰ ਇਸ ਤਰ੍ਹਾਂ ਦੇ ਸਾਡੀ ਆਪਸੀ ਕੋਆਪਰੇਸ਼ਨ ਤਾਂ ਹੈਗੀ ਹੈ, ਲੇਕਿਨ ਇਹ ਆਪਾਂ ਨੂੰ ਦੇਖਣਾ ਪਏਗਾ ਕਿ ਮੈਡੀਸਿਨ ਦੀ ਕੰਪੈਟਿਵਲੀ ਸ਼ਾਰਟੇਜ ਹੋਣ ਲੱਗ ਗਈ ਹੁਣ ਇਸ ਵਕਤ। ਵਟ ਆਈ ਫੀਲ ਜਿਹੜਾ ਹੈਗਾ ਕਿ ਜਦੋਂ ਸਟਾਰਟ ਸੀਗਾ ਉਦੋਂ ਬਹੁਤ ਸਾਰੇ ਲੋਕ ਵਿੱਚ ਦਾਨ ਕਰਦੇ ਸੀਗੇ, ਹੁਣ ਉਹ ਨਹੀਂ ਹੈ। ਔਰ ਥੋੜਾ ਇਹ ਹੈਗਾ ਕਿ ਕੁਝ ਲੋਕ ਜਿਹੜੇ ਨੇ ਨਾ, ਜਿੰਨੇ ਹੁਣ ਉੱਥੇ ਬੈਠ ਗਏ ਹੈ ਇਸ ਵਕਤ ਜੋ ਬੈਠੇ ਹੋਏ ਹੈ, ਉਹ ਐਕਚੁਅਲੀ ਨਾ ਆਪਣੇ ਉਹ ਮਨੂ ਹੋ ਕੇ ਬੈਠੇ ਹੈ, ਸੱਚੇ ਹੋ ਕੇ ਬੈਠੇ ਹੋਏ ਹੈ। ਜਿਹੜੇ ਵੇਰੀਏਬਲ ਸੀਗੇ ਆਉਣ ਜਾਣ ਵਾਲੇ ਸੀ ਨਾ, ਉਹ ਨਿਕਲ ਚੁੱਕੇ ਹੋਏ ਆ। ਜਿਹੜਾ ਆਪਾਂ ਪਹਿਲਾਂ ਕਹਿੰਦੇ ਸੀ ਸਵੇਰੇ ਆਏ ਤੇ ਸ਼ਾਮ ਨੂੰ ਸੈਰ ਕਰਕੇ ਚਲੇ ਗਏ, ਉਹ ਉਦਾਂ ਦਾ ਕੋਈ ਕਰਾਊਡ ਨਹੀਂ ਹੈ ਹੁਣ ਉਹ ਲੋਕ ਉੱਥੇ ਬੈਠੇ ਹੈ ਜਿਹੜੇ ਆਪਣੇ ਮਨ ਨਾਲ ਬੈਠੇ ਹੋਏ ਆ ਤੇ ਆਪਣੇ ਹੱਕ ਦੀ ਲੜਾਈ ਨੂੰ ਪੂਰਾ ਕਰਨਾ ਚਾਹੁੰਦੇ ਆ, ਚਾਹੇ ਉਹਨਾਂ ਨੂੰ ਮਰਨਾ ਪਵੇ, ਚਾਹੇ ਉਹਨਾਂ ਨੂੰ ਜਿਉਣਾ ਪਵੇ। ਸੋ ਉਹ ਉਹਨਾਂ ਦੀ ਹੁਣ ਕਾਫੀ ਹੱਦ ਤੱਕ ਉਹਨਾਂ ਨੇ ਆਪਣਾ, ਜਿਸ ਤਰ੍ਹਾਂ ਆਪਾਂ ਘਰ ਦੇ ਵਿੱਚ ਰਹਿੰਦੇ ਆ, ਇਸ ਤਰ੍ਹਾਂ ਦਾ ਮਾਹੌਲ ਉਹਨਾਂ ਲੋਕਾਂ ਨੇ ਬਣਾ ਲਿਆ ਹੋਇਆ। ਪਰ ਜਿੱਥੇ ਤੱਕ ਸਾਡਾ ਆਪਣਾ ਮੈਡੀਕਲ ਵਿਊ ਪੁਆਇੰਟ ਦੇ ਨਾਲ ਇਹ ਹੈਗਾ ਕਿ
ਇੱਕ ਤਾਂ ਜਿਹੜੀ ਉੱਥੇ ਸਟਰੈਂਥ ਹੈ ਉਹ ਥੋੜੀ ਹੁਣ ਸਟੇਬਲ ਹੋ ਚੁੱਕੀ ਹੈ, ਜਿੰਨੀ ਸਟਰੈਂਥ ਜਿਹੜੀ ਹੈਗੀ ਹੈ ਉਹਨਾਂ ਨੂੰ ਮੈਡੀਕਲ ਸਰਵਿਸਿਜ਼ ਕਿੱਥੇ ਕਿੱਥੇ ਮਿਲਦੀਆਂ ਨੇ ਇਹ ਵੀ ਤਕਰੀਬਨ ਪਤਾ ਲੱਗ ਚੁੱਕਿਆ ਹੋਇਆ ਹੁਣ ਦੀ ਘੜੀ। ਪਹਿਲਾਂ ਸ਼ੁਰੂ 'ਚ ਮੈਂ ਦੇਖਿਆ ਉਹਨਾਂ ਨੂੰ ਜ਼ਿਆਦਾ ਪਤਾ ਨਹੀਂ ਸੀ ਹੁੰਦਾ, ਲੇਕਿਨ ਮੈਂ ਇਹ ਗੱਲ ਸਟੇਜ ਤੇ ਵੀ ਕਹੀ, ਮੈਨੂੰ ਮੀਡੀਆ ਰਾਹੀਂ ਵੀ ਮੌਕਾ ਮਿਲਿਆ ਸੀਗਾ, ਮੇਰੇ ਰੇਡੀਓ ਰਾਹੀਂ ਵੀ ਮੌਕਾ ਮਿਲਿਆ, ਮੈਂ ਸਟੇਜ ਤੇ ਵੀ ਖੜੇ ਹੋ ਕੇ ਗੱਲ ਕਹੀ ਸੀ ਕਿ ਇਹ ਜਿਹੜੇ ਲੰਗਰ ਹੈਗੇ ਨੇ ਇਹ ਸਿੰਪਲ ਹੋਣੇ ਚਾਹੀਦੇ ਨੇ, ਕਿਉਂਕਿ ਸਾਡੇ ਕੋਲ ਅਸੀਂ ਪੇਸ਼ੈਂਟਸ ਆਉਂਦੇ ਸੀਗੇ 100 ਦੇ ਵਿੱਚੋਂ 40 ਪੇਸ਼ੈਂਟ ਜਿਹੜੇ ਹੈਗੇ ਆ ਉਹ ਟੱਟੀਆਂ ਉਲਟੀਆਂ ਨਾਲ ਆਉਂਦੇ ਆ, ਜਿਹੜੇ ਬਾਕੀ ਜਿਹੜੇ ਬਚਦੇ ਸੀਗੇ ਉਹ ਬਲੱਡ ਪ੍ਰੈਸ਼ਰ ਸ਼ੂਗਰ, ਜਿਵੇਂ ਅਵਤਾਰ ਜੀ ਨੇ ਹੁਣ ਗੱਲ ਕਹੀ ਹੈ ਕਿ ਬਹੁਤ ਸਾਰੇ ਸ਼ੂਗਰ ਵਾਲੇ ਪੇਸ਼ੈਂਟ ਨੇ, ਉਧਰੋਂ ਜਲੇਬੀਆਂ ਖਾਈ ਜਾਂਦੇ ਸੀ, ਪਕੌੜੇ ਖਾਂਦੇ ਸੀਗੇ, ਲੱਡੂ ਖਾਂਦੇ ਸੀ, ਔਰ ਦੂਜੇ ਪਾਸੇ ਕੰਮ ਕੋਈ ਕਰਨਾ ਨਹੀਂ ਹੈ। ਔਰ ਕਾਫੀ ਵੱਡੀ ਤਾਦਾਦ ਵਿੱਚ, ਜਿਸ ਤਰ੍ਹਾਂ ਡਾਕਟਰ ਅੰਸ਼ੂ ਨੇ ਦੱਸਿਆ ਉਹਨਾਂ ਦੇ ਕੋਲ ਸ਼ਾਇਦ ਨੰਬਰ ਹੋਏਗਾ, ਸਾਡੇ ਕੋਲ ਨੰਬਰ ਨਹੀਂ ਹੈਗਾ, ਲੇਕਿਨ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਸੈਂਕੜੇ ਮਰੀਜ਼ ਜਿਹੜੇ ਹੈਗੇ ਨੇ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇਖਣੇ ਪੈਂਦੇ ਆ ਉੱਥੇ ਸਾਡੇ ਵਾਲੇ ਕੈਂਪ ਤੇ, ਹਰ ਇੱਕ ਕੈਂਪ ਦੇ ਉੱਤੇ ਸੈਂਕੜਿਆਂ ਦੇ ਹਿਸਾਬ ਨਾਲ। ਔਰ ਉਹਦੇ ਚੋਂ ਸਾਈਕੈਟ੍ਰਿਸਟ ਆਲਸੋ, ਕਿ ਜਿਵੇਂ ਅਵਤਾਰ ਸਿੰਘ ਜੀ ਕਹਿ ਰਹੇ ਸੀ ਕਿ ਅਸੀਂ ਹੋਰ ਤਰੀਕੇ ਨਾਲ ਸਮਝਾਉਣ ਲੱਗ ਜਾਂਦੇ ਹਾਂ। ਨਹੀਂ, ਸਾਈਕੈਟ੍ਰਿਸਟ ਦੇਖੋ ਉਹਦੇ ਚ ਇਸ ਤਰ੍ਹਾਂ ਸੀਗਾ, ਜਿਹੜੇ ਲੋਕ ਬੇਸਿਕਲੀ, ਜਿਵੇਂ ਆਈ ਆਲਸੋ ਬਿਲੋਂਗ ਟੂ ਅ ਵਿਲੇਜ ਐਂਡ ਇਸ ਕਰਕੇ ਫਾਰਮਿੰਗ ਕਮਿਊਨਿਟੀ ਨਾਲ ਆਪ ਉੱਥੋਂ ਜੰਮਿਆ ਪਲਿਆ, ਇੱਕ ਫਾਰਮਰ ਪਿਓ ਦਾ ਹੀ ਖਾਧਾ ਹੋਇਆ, ਇਸ ਕਰਕੇ ਮੈਨੂੰ ਤਾਂ ਚੰਗਾ ਲੱਗਦਾ ਸੀ ਉਹਨਾਂ ਲੋਕਾਂ ਦੇ ਨਾਲ ਬੈਠ ਕੇ ਗੱਲ ਕਰਨ ਵਾਸਤੇ। ਐਕਚੁਅਲੀ ਉਹਨਾਂ ਨੂੰ ਚਾਹੀਦੇ ਆ ਡਾਕਟਰਸ, ਉਹ ਡਾਕਟਰਸ ਚਾਹੀਦੇ ਆ ਜਿਹੜੇ ਉਹਨਾਂ ਦੀ ਬੋਲੀ ਬੋਲਦੇ ਹੋਣ ਤੇ ਉਹਨਾਂ ਦੀ ਗੱਲ ਨੂੰ ਸਮਝਦੇ ਹੋਣ। ਔਰ ਮੈਨੂੰ ਯਾਦ ਹੈ ਕਿ ਉਹ ਬੜੇ ਖੁਸ਼ ਹੋ ਕੇ ਮੇਰੇ ਕੋਲ ਤਾਂ ਜਿਹੜੇ ਹੈਗੇ, ਜਦੋਂ ਸ਼ਾਮ ਨੂੰ ਕਿਤੇ ਬੈਠ ਵੀ ਜਾਣਾ, ਥੋੜਾ ਫ੍ਰੀ ਵੀ ਹੋਣਾ, ਉਹਨਾਂ ਨੇ ਪਿੰਡ ਦੀ ਗੱਲ ਸੁਣਾਉਣੀ ਹੈ ਸਾਰੀ ਜਿਹੜੀ ਹੈਗੀ ਆ, ਫਿਰ ਆਪਣੀ ਗੱਲ ਵੀ ਦੱਸਣੀ ਹੈ, ਫਿਰ ਉਹ ਵੀ ਗੱਲਾਂ ਦੱਸਣੀਆਂ ਨੇ ਜੋ ਪੰਜਾਬ ਵਿੱਚ ਵਾਪਰ ਰਿਹਾ, ਜਿਹਨੂੰ ਆਪਾਂ ਨਸ਼ਾ ਕਹਿੰਦੇ ਆ, ਉਹਦੀਆਂ ਦੀ ਕਹਾਣੀਆਂ ਵੀ ਸਾਰੀਆਂ ਸੁਣਾਉਣੀਆਂ ਨੇ ਵਿੱਚ, ਕਿਵੇਂ ਪਿੰਡਾਂ ਦੇ ਵਿੱਚ ਕਿਵੇਂ ਹੋ ਰਿਹਾ ਵਿੱਚ, ਜਾਂ ਅੱਜ ਕੱਲ ਕਿਵੇਂ ਹੋਇਆ ਤੇ ਕਿਵੇਂ ਲੋਕ ਕੀ ਕਰਦੇ ਆ ਤੇ ਸਰਕਾਰਾਂ ਕੀ ਕਰਦੀਆਂ ਨੇ ਵਿੱਚ ਜਿਹੜੀ ਹੈਗੀ ਆ। ਸੋ ਮੇਰਾ ਕਹਿਣ ਵਾਲਾ ਸੀਗਾ ਕਿ ਜਿਵੇਂ ਉਹ ਕਹਿੰਦੇ ਹੁੰਦੇ ਨਾ, ਇਫ ਯੂ ਵਾਂਟ ਟੂ ਕਨਵੇ ਯੂਅਰ ਮੈਸੇਜ ਯੂ ਮਸਟ ਆਇਡੈਂਟੀਫਾਈ ਯੂਅਰਸੈਲਫ ਵਿਦ ਦਾ ਪਰਸਨ ਹੂਮ ਯੂ ਵਾਂਟ ਟੂ ਕਨਵੇ ਯੂਅਰ ਮੈਸੇਜ। ਤੇ ਅਸੀਂ ਪਿੰਡ ਵਾਲੇ ਜਿਹੜੀ ਪਿੰਡ ਵਾਲੀ ਗੱਲ ਕਰਦੇ ਸੀ ਤਾਂ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਉੱਥੇ। ਔਰ ਇਸ ਤਰ੍ਹਾਂ ਦੇ ਜਿਹੜੇ ਕੈਂਪਸ ਹੈਗੇ ਨੇ ਉਹ ਸਕਸੈਸਫੁਲ ਕੈਂਪ ਨੇ, ਜਿਹੜੇ ਲੋਕ ਤਨੋ ਮਨੋ ਹੋ ਕੇ ਉੱਥੇ ਨਾਲ ਬੈਠੇ ਹੋਏ ਨੇ। ਪੇਡ ਜਿਹੜੇ ਹੈਗੇ ਨੇ ਦੈਟ ਹੈਜ਼ ਅ ਡਿਫਰੈਂਟ ਸੌਰਟ ਆਫ ਮਾਈਂਡ ਸੈਟ ਹੁੰਦਾ ਹੈ। ਔਰ ਮੈਂ ਅਵਤਾਰ ਉਹਨਾਂ ਦਾ ਸੈਟਅਪ ਪਿਛਲੀ ਵਾਰੀ ਦੇਖਿਆ ਸੀਗਾ, ਜਿਸ ਢੰਗ ਦੇ ਨਾਲ ਇਹ ਵਲੰਟਰਲੀ ਹੋ ਕੇ ਲੋਕਾਂ ਦੀ ਸੇਵਾ ਕਰ ਰਹੇ ਸੀਗੇ। ਜਿਵੇਂ ਡਾਕਟਰ ਅੰਸ਼ੂ ਨੇ ਦੱਸਿਆ ਕਿ ਇਹਨਾਂ ਦੇ ਵਲੰਟੀਅਰਸ, ਇਹਨਾਂ ਦੇ ਹੈ ਹੀ ਵਲੰਟੀਅਰਸ ਨੇ, ਭਾਵੇਂ ਹੋ ਸਕਦਾ ਸ਼ਾਇਦ ਲੈਂਗੁਏਜ ਕੁਝ ਬੈਰੀਅਰ ਹੋਵੇ ਉਹਨਾਂ ਦਾ, ਲੇਕਿਨ ਵਲੰਟੀਅਰਸ ਫਿਰ ਵੀ ਆਪਣੇ ਆਪ ਨੂੰ ਉੱਥੇ ਕੋਆਪਰੇਟ ਕਰਦੇ ਨੇ। ਤੁਹਾਡੇ ਡਾਕਟਰ ਹੋਰ ਸਵੈਮਾਨ ਸਿੰਘ ਹੈਗੇ ਆ ਆਪਣੇ ਅਮਰੀਕਾ ਤੋਂ, ਉਹਨਾਂ ਦਾ ਵੀ ਕਾਫੀ ਅੱਛਾ ਸੈਟਅਪ ਜਿਹੜਾ ਹੈਗਾ ਉੱਥੇ ਮੈਂ ਦੇਖਿਆ ਬਣਿਆ ਹੋਇਆ। ਸੋ ਜੇ ਤਾਂ ਆਪਾਂ ਮਦਦ ਕਰਨਾ ਚਾਹੁੰਦੇ ਹਾਂ ਤਾਂ ਫਿਰ ਦੇयर इज नो ਚੈਲੰਜ, ਕੁਝ ਨਹੀਂ ਹੈਗਾ। ਮੈਨੂੰ ਇਸ ਗੱਲ ਦਾ ਪਤਾ ਹੈ ਕਿ ਮੈਂ ਟੈਂਟ ਦੇ ਵਿੱਚ ਥੱਲੇ ਫਰਸ਼ ਦੇ ਉੱਤੇ ਬੈਠ ਕੇ ਵੀ ਸੌਂ ਕੇ ਦੇਖ ਲਿਆ ਹੋਇਆ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਕਿਸੇ ਕਿਸਮ ਦੀ, ਕਿਉਂਕਿ ਮੈਂ ਆਪਣੇ ਮਨ ਦੇ ਨਾਲ ਗਿਆ ਸੀਗਾ। ਹੁਣ ਅਸੀਂ ਟੈਂਟ ਦੇ ਵਿੱਚ ਆਪਣਾ ਬੈੱਡ ਲਾ ਲਿਆ, ਉਹ ਇੱਕ ਵੱਖਰੀ ਗੱਲ ਹੈਗੀ ਹੈ, ਲੇਕਿਨ ਅਸੀਂ ਥੱਲੇ ਬੈਠ ਕੇ ਵੀ ਦੇਖ ਲਏ ਹੋਏ ਮਰੀਜ਼, ਕੋਈ ਫਰਕ ਨਹੀਂ ਸੀ ਪੈਂਦਾ, ਕਿਉਂਕਿ ਮਨੋਂ ਹੋ ਕੇ ਗਏ ਸੀਗੇ ਕਿ ਮਦਦ ਕਰਨੀ ਹੈ ਕਿਸੇ ਦੀ, ਉਹਨਾਂ ਲੋਕਾਂ ਦੀ ਮਦਦ ਕਰਨੀ ਹੈ ਜਿਹੜੇ ਹੱਕ ਸੱਚ ਦੀ ਲੜਾਈ ਲੜ ਰਹੇ ਨੇ ਵਿੱਚ, ਜਿਹੜੀ ਹੈਗੀ ਇਮਾਨਦਾਰੀ ਦੀ ਲੜਾਈ ਲੜ ਰਹੇ ਨੇ। ਤਾਂ ਹੀ ਮੈਂ ਇਹ ਗੱਲ ਕਹੀ ਹੈ ਕਿ ਜਿਹੜੇ ਲੋਕ ਹੁਣ ਉੱਥੇ ਬੈਠੇ ਹੋਏ ਨੇ ਉਹ ਸਟੇਬਲ ਹੋ ਚੁੱਕੇ ਹੋਏ ਆ, ਔਰ ਉਹ ਇਮਾਨਦਾਰ ਲੋਕ ਜਿਹੜੇ ਹੈਗੇ ਨੇ ਉਹ ਉੱਥੇ ਬੈਠੇ ਹੋਏ ਆ। ਉਹਨਾਂ ਨੂੰ ਹੁਣ ਕੋਈ ਫਰਕ ਨਹੀਂ ਪੈਂਦਾ, ਸਰਕਾਰ ਕਿਸੇ ਤਰ੍ਹਾਂ ਡਰਾ ਨਹੀਂ ਸਕਦੀ। ਪਰ ਮੈਂ ਇਹ ਗੱਲ ਕਹਾਂਗਾ ਕਿ ਜਿਹੜੀਆਂ NGOs ਬਾਹਰ ਵੀ ਨੇ, ਜਿਹੜੇ ਲੋਕ ਸਪੋਰਟ ਕਰਦੇ ਨੇ, ਵਲੰਟਰਲੀ ਸਪੋਰਟ ਕਰਦੇ ਨੇ, ਉਹਨਾਂ ਨੂੰ ਥੋੜਾ ਜਿਹਾ ਇਸ ਗੱਲ ਦਾ ਖਿਆਲ ਜ਼ਰੂਰ ਰੱਖਣਾ ਪਏਗਾ ਕਿ ਮੈਡੀਸਿਨ ਦੀ ਆਪਾਂ ਨੂੰ ਜ਼ਿਆਦਾ ਜ਼ਰੂਰਤ ਹੁਣ ਹੈਗੀ ਹੈ। ਜਿੱਥੇ ਵੀ ਆਪਣੇ ਮੋਰਚਾ, ਜਿਵੇਂ ਟਿਕਰੀ ਬਾਰਡਰ, ਸਿੰਘੂ ਬਾਰਡਰ, ਜਾਂ ਸ਼ਾਹਜਹਾਨ ਬਾਰਡਰ, ਜਾਂ ਤੁਹਾਡਾ ਗਾਜ਼ੀਪੁਰ ਬਾਰਡਰ ਜਿਹੜਾ ਹੈਗਾ ਚੱਲ ਰਹੇ ਨੇ, ਉੱਥੇ ਥੋੜਾ ਜਿਹਾ ਲੋਕਾਂ ਨੂੰ ਅੱਗੇ ਆ ਕੇ, ਜਾਂ ਜਿੱਥੇ ਕਿਤੇ ਬਾਈ ਚਾਂਸ ਕੋਈ ਇਸ ਤਰ੍ਹਾਂ ਦੀ ਹੈਗੀ ਹੈ ਕਿ ਹਾਇਰ ਇੰਸਟੀਟਿਊਸ਼ਨ ਜਾਂ ਕੋਈ ਹਾਇਰ ਸਰਵਿਸਿਜ਼ ਦੇਣ ਦੀ ਜ਼ਰੂਰਤ ਹੈਗੀ ਹੈ, ਕੋਈ ਡਾਕਟਰ ਹਾਇਰ ਵੀ ਕਰਨਾ ਪਵੇ ਆਪਾਂ ਨੂੰ, ਤਾਂ ਉਹਦੇ ਵਾਸਤੇ ਆਪਾਂ ਨੂੰ ਫੰਡਿੰਗ ਦੀ ਜ਼ਰੂਰਤ ਪਏਗੀ। ਇਹਦੇ ਵਿੱਚ ਅੱਜ ਤੱਕ ਮੈਂ ਦੇਖਿਆ ਕਿ ਅਜੇ ਤੱਕ ਆਪਾਂ ਨੂੰ ਕਮੀ ਥੋੜੀ ਆਉਣ ਲੱਗੀ ਹੈ, ਇਸ ਗੱਲ ਨੂੰ ਤਾਂ ਮੈਂ ਮਹਿਸੂਸ ਕਰਦਾ ਹੁਣ ਵਿੱਚ ਜਿਹੜੀ ਹੈਗੀ ਹੈ, ਕਿਉਂਕਿ ਉੱਥੇ ਮੈਡੀਸਿਨ ਹਜ਼ਾਰਾਂ ਰੁਪਏ ਦੀ ਮੈਡੀਸਿਨ ਹੈਗੀ ਹੈ ਜਿਹੜੀ ਡੇਲੀ ਲੱਗਦੀ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਸਵੇਰੇ ਉੱਠਦੇ ਸਭ ਤੋਂ ਪਹਿਲਾਂ ਰੌਲਾ ਪੈਂਦਾ ਹੈ ਜੀ, ਮੇਰਾ ਕਾਲਜਾ ਬਹੁਤ ਸੜਦਾ ਪਿਆ ਜੀ। ਸਵੇਰੇ ਉੱਠਦੇ 6 ਵਜੇ ਸ਼ੁਰੂ ਹੋ ਜਾਂਦੇ ਆ ਮਰੀਜ਼। ਫਿਰ ਉਸ ਤੋਂ ਬਾਅਦ ਉਹ ਆਉਂਦੇ ਆ ਜਿਹੜੇ ਲੋਕ ਸ਼ਰਾਬ ਪੀਂਦੇ ਆ, ਬਸ ਜੀ ਮੈਨੂੰ ਤਾਂ ਹੁਣ ਗਰਮੀ ਨਿਕਲ ਰਹੀ ਹੈ ਜੀ, ਗਰਮੀ ਵਾਲਾ ਦਿਓ ਕੈਪਸੂਲ। ਸੋ ਉਹਦੇ ਸਵੇਰ ਵੇਲੇ ਓਮੋਪ੍ਰੋਜ਼ੋਲ ਵਾਲੇ ਕੈਪਸੂਲ, DSR ਵਾਲੇ ਰੈਪੀਪ੍ਰੋਜ਼ੋਲ ਕੈਪਸੂਲ, ਤੇ ਨਾਲ ਇੱਕ ਬੀਕਾਸੋਲ ਜ਼ਰੂਰ ਚਾਹੀਦਾ ਜਿਹੜਾ ਹੈਗਾ। ਉਸ ਤੋਂ ਬਾਅਦ ਜਦੋਂ ਤੁਸੀਂ 10-11 ਵਜਦੇ ਆ ਤਾਂ ਜਿਹੜੇ ਬਜ਼ੁਰਗ ਆਉਂਦੇ ਨੇ ਉਹ ਸਾਰਿਆਂ ਦੇ ਗੋਡੇ ਦੁਖਦੇ ਆ ਹੁਣ, ਕਿਉਂਕਿ ਕਾਫੀ ਵੱਡੀ ਏਜ ਵਾਲੇ ਲੋਕ ਜਿਹੜੇ ਹੈਗੇ ਉੱਥੇ ਬੈਠੇ ਨੇ। ਯੰਗ ਲੋਕ ਕੰਪੈਰੇਟਿਵਲੀ ਬਹੁਤ ਘੱਟ ਹੈ, ਮਿਡਲ ਏਜ ਵੀ ਕੰਪੈਰੇਟਿਵਲੀ ਘੱਟ ਹੈ। 올ਡੀਜ਼ ਆਈ ਵੁੱਡ ਸੇ ਕਿ ਯੰਗ 올ਡੀਜ਼ ਜਿਹੜੇ 60+ ਵਾਲੇ ਲੋਕ ਕਾਫੀ ਜ਼ਿਆਦਾ ਨੇ, ਜਿਨ੍ਹਾਂ ਦੇ ਵਿੱਚ
पेन की बहुत ज़्यादा वड्डी प्रॉब्लम्स हैगी है। पेन किलर्स मैं देखा बहुत ज़्यादा एक दिन के 2-2 3-3 4-4 डब्बे जोड़े है 5-5 डिपेंडिंग अपॉन कि किन्नी तुसी उहदे च यूज़ करनी है। फिर ये लोग ना एक्चुअली जिस तरह मैं कहा कि मैं स्टेज पर भी ये गल कही है कि तुहानूं खाने का कंट्रोल करना पेगा। मैं तो उत्थे एक्चुअली लोकल जिवें पकौड़ा चौंक ते असीं सीगे टिकरी बॉर्डर उत्थे जिन्ने लंगर बनाउंदे सी उन्हां नूं इकट्ठे करके मैं उन्हां नूं भी गल समझाई कि आपां एक लंबी लड़ाई लड़न आए हुए हैं, आपां कोई इदां दा कोई तिहार नहीं है जिस नूं मनाउण वास्ते आए हुए हैं। इस करके लंगर जिहड़ा हैगा उसनूं सिंपल रखो ते सुरक्षित भी रखो, साफ भी करना पेगा क्योंकि पानी कंपैरेटिवली कई थावां दे उत्ते काफ़ी गंदा पानी हैगा विच ਜਿਹੜੀ ਹੈਗੀ ਹੈ। पेट ਦੀਆਂ बीमारियां बहुत ज़्यादा हैगियां ने। दूसरा उत्थे नुकसान ਹੁੰਦਾ है एक कि ਜਿਹੜੇ ਬਜ਼ੁਰਗ अजकल ना रोटेशन बन ली हुई है बजुर्गों ने पिंडा फार्मर्स ने जोड़ा एक पिंड 7-8-10 फार्मर्स आते हैं, फिर वो हफ्ता या 15 दिन लाते हैं, फिर नैक्सट टीम जी हैगी उन्होंने आ जाती है। बहुत सारे लोग ना अपनी जो वड्डियां बीमारियां हैगियां उन्होंने दवाइयां नहीं नाल लेके आते, जिवें आपां शुगर की गल की है, ब्लड प्रेशर की गल की है, या एस्मा की गल की है, या तुसीं गोडियां दे दर्दां जिहड़ियां हैगियां ने उत्थे होईयां ने ऑस्टियोआर्थराइटिस की आपां गल करते हैं। ਇਹ ਜਿਹੜੀਆਂ ਦਵਾਈਆਂ ਰੈਗੂਲਰ ਜਿਹੜੀਆਂ ਹੈਗੀਆਂ ਨੇ ਚਾਹੀਦੀਆਂ ਨੇ, ਜਦੋਂ ਕਿ ਅਸੀਂ ਜਿਵੇਂ ਹੁਣ ਮੈਂ ਜੀ ਸਿਰਫ ਆਪਣੇ ਕੈਂਪ ਦੀ ਗੱਲ ਕਰਾਂ ਤਾਂ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਥੋੜੀ ਦਵਾਈ ਦਿੱਤੀ ਜਾਵੇ, ਕਿਉਂਕਿ ਫਿਰ ਇੰਨੀ ਜ਼ਿਆਦਾ ਦਵਾਈ ਆਪਾਂ ਅਫੋਰਡ ਨਹੀਂ ਕਰ ਸਕਦੇ ਕਿ ਇੱਕ ਬੰਦੇ ਨੂੰ 1 ਹਫ਼ਤੇ ਦੀ ਦਵਾਈ ਦਿੱਤੀ ਜਾਵੇ। ਉਹਨੂੰ ਨੋਰਮਲੀ ਜਿਹੜੀ ਹੈਗੀ ਹੈ 1 ਜਾਂ 2 ਦਿਨ ਦੀ ਦਵਾਈ ਦਿੱਤੀ ਜਾਂਦੀ ਹੈ, ਫਿਰ ਉਹਨੂੰ ਕੋਈ ਦੁਬਾਰਾ ਚੈੱਕਅਪ ਕਰਾ ਲਈ ਜਾਂ ਦੁਰਾਨ ਕੇ ਆਪਣਾ ਚੈੱਕ ਕਰਨਾ ਹੈ। ਤੇ ਦੂਸਰਾ ਮੈਂ ਇਹ ਗੱਲ ਕਹਾਂਗਾ ਕਿ ਮੈਡੀਕਲ ਕੈਂਪਸ ਹੋਰ ਵੀ ਹੈਗੇ ਹੈ ਵੱਖਰੇ ਵੱਖਰੇ ਥਾਵਾਂ ਤੇ, लेकिन डॉक्टर्स की कंपैरेटिवली घट है, डॉक्टर्स घट हैगे ने। लोग जिहड़े नॉन मैडिको हैगे हैं वो कई थावां ते प्रॉब्लम्स भी आईयां ने, मेरी नॉलेज भी आईयां ने। असीं डॉक्टर सुलेमान दे नाल मैं गल कर रहा सी उस दिन, वो भी काफ़ी इस गल तो अनाइड सीगे कि जिहड़े नॉन मैडिको जिहड़े हैगे वो दवाइयां ना देण, मैडिकोस दवाइयां देण तां ज़्यादा अच्छा हैगा। हाँ जी बिल्कुल, बहुत इंपॉर्टेंट। लेट्स गेट डॉक्टर मित्रा इन समिता। अगले सवाल पूछो कोई। Dr. Mitra, you must have had a little bit of language barrier also. But no, I could follow most of the problem. Dr. Daler was telling what problems we are facing is common everywhere. I'd just like to add और एक issue बहुत interesting हम लोग face किया. I think he just touched. I could follow exactly what he was telling on that issue. We found many youths of substance abuse, but who were fighting the issue. The most interesting thing is, though substance abuse is a common problem among the youth, but due to the strength of the movement, gaining the support and mental strength from the movement, we found hundreds of youth who are fighting this menace of substance abuse. And when they are avoiding the substance, actually they are not getting also, and they are trying to fight. They are not going back to that system. They are walking over here, slogging out. We are trying to support them. We are not specialists in substance abuse, but we got help from first from Delhi, then from Chandigarh, from Rohtak, then entire Punjab. We got help of psychiatrists, of psychologists. We had multiple training sessions in our camp for our health professionals because we are not trained in handling a very special issue. Then we got medical help also from the specialists around. Dr. Satyan Sharma, Dr. Simi Varej, they came to our camp to train us how to handle this issue. And actually we wanted to, it was a really heartening for us to see how these youth, they were fighting. They were not willing to give up. I mean, they were getting a purpose. We were patting them on the back. We were giving them some minimum medicines. We were encouraging them, when you go back, you please attend the government clinics over there. They'll help you to get out of this menace. And you bring your friends to those clinics and you bring your friends over here. My friends, those who are friends in this menace. So they were encouraged to do that, and they would come regularly for 2, 3, 5, 6, 10 to such people, mainly youth, but sometimes elderly people also. Almost 90, almost 100% male, but up to age of 60 were found who are on various problems. But this movement was giving them strength to fight it. So this is the issue which gave us strength, and we also learned and knew how to handle this. We handled disaster mental health, but substance abuse mental we didn't handle before. We learned it. हम लोग इसको सीख के, स्पेशलिस्ट से सीख के we could deliver it. अभी हम लोग कोशिश कर रहे हैं एक ऑनलाइन भी सिस्टम चालू करना, जहाँ पे मेंटल क्रॉनिक जो स्ट्रेस हो रहा है, when the movement is going on now 4 months going to the 5th month, this is a chronic stress. ये सिंगूर में नंदिगा में we saw when a movement goes on for months, is a severe stress, mental acute stress होता है brain में, and when it goes on for a long time, it's a chronic stress. So how to handle this? We are also planning up
some mental health counseling, some consultation for the people online also if possible. And actually when the doctors and nurses, they are professionally bound, when they feel this is my responsibility, अपना जिम्मेदारी जब समझते हैं, तब वो इतना प्यार से, इतना अच्छा से, डॉक्टर दाली बोलते थोड़ा सा हमारे लैंग्वेज प्रॉब्लम है, थोड़ा सा है, फिर वी हैव इन्वॉल्व स्कूल स्टूडेंट्स, हम लोग कॉलेज स्टूडेंट्स के इन्वॉल्व किए, मेडिकल स्टूडेंट भी आते हैं, बहुत सारे पंजाब के बहुत कॉलेज से आते हैं यहाँ पे, वी टीच देम, वी हैव रेगुलर ट्रेनिंग क्लासेस फ्रॉम हियर, एग्जाम चल रहा था, क्लास एक साल नहीं हुआ, तो बहुत सारे क्लासेस हम किए यहाँ पे, सो दैट दे आर हेल्पिंग अस इन द लैंग्वेज, वी आर हेल्पिंग देम विद द मेडिकल नॉलेज. तो ऐसे करके वी इन्वॉल्व मोर एंड मोर पीपल एंड वी आर अपीलिंग टू ऑल द यूथ ऑफ पंजाब, ऑफ हरियाणा, ऑफ दिल्ली, दोज हु आर नियर बाय. एक्चुअली अभी दिक्कत क्या होगा, अभी जो अचानक जो स्थिति देश में आ गया, हमारा ऑल हेल्थ केयर प्रोवाइडर्स सभी स्टेट्स, हमारा 17 स्टेट्स एंड यूनियन टेरिटरी से वॉलंटियर्स आए हैं यहाँ पे काम करने, जो 150 हम बोला, वी हैव कम फ्रॉम 17 स्टेट्स. बट अभी हमारा 2 टीम, वन वाज कमिंग फ्रॉम केरला, एक आ रहा था ओडिशा, तो हमको रोकने पड़ा क्योंकि आके फंस जाएंगे कर्फ्यू में. तो टीम्स हैव गॉट स्टक. So I myself also I got stuck due to the curfew outside. I came outside for a shooting, I got stuck outside. So our general volunteers are just manning the camp. But so we are appealing to all the young medicos, the doctors, nurses, paramedics. This is not a burden. हमारा जो बोलना चाहना है, but I appeal to the youth is when you come to a unstructured area, जैसे हमारा medical camp चल रहा है यहाँ पे, मैंने we don't feel we are doing a very high tech work, but the basic work is required. Along with the OPD and since we have doctors, we have the resident doctor always round the clock. So जितना सारे camps, around 20 camps in Singhu, about 4-5 camps in Singhu, they were referring to us also. People would come to us. Because we were examining, उसके बाद दवा देते थे, बहुत सारे हार्ट अटैक, बहुत सारे स्ट्रोक भी हम प्रिवेंट कर पाए, उसको अस्पताल में भेज दिया मैंने. वी डोंट वांट देम टू एडमिट इन द कैंपस, बिकॉज कैंपस में इमरजेंसी हैंडल करना, उसका सप्लाई, उसका जो बैकअप रहते सब नहीं होता है, तो इसलिए वी रेफर देम टू, वहाँ पे तो बहादुरगढ़ सिविल हॉस्पिटल है सामने सिकरी में, और यहाँ पे वी रेफर टू नरेला एंड सोनेपत, ऐसे करके. So, along with this, we are training one awareness. This awareness is very important, and that health is a right. हम लोग जहाँ पे disaster में काम करते हैं, we try to involve people that health is a right. It is not a charity. It is not a charity. It is not a just given to you. It is not to be bought. It is not a commodity, but it's a right. So this is what we want to stress. And जितना medical professionals, young medicos, doctors, nurses, इसको समझ पाए, वो भी जिम्मेदारी लेंगे ज्यादा से ज्यादा. एग्जाम भी खत्म होने वाला है, सब मेडिकल नर्सिंग सब एग्जाम चल रहा था, फ्रॉम जनवरी टू अप्रैल तक एग्जाम था, एग्जाम सब वाज फिनिशिंग. फॉर्चुनेटली बाय द टाइम दिस टाइम ओनली द पीजी एंट्रेंस इज स्टक. सो माने few thousands of our volunteers who are giving PG exam, they have got stuck PG entrance, but MBBS exam and final MD they are almost finishing. So ज्यादा से ज्यादा volunteer भी नजदीक से जो can come in 1 or 2 hours, within 5 hours. क्योंकि हम लोग जो वॉलंटियर सारा देश का, इट इज वेरी गुड फॉर देम. दे आर लिंकिंग द मूवमेंट का जो बात लेके जा रहे हैं, वो आके पूछते हैं व्हाट इज द मूवमेंट, को सारा देश में तो मीडिया ने नहीं देता है. तो जितना वॉलंटियर आ रहे हैं यहाँ पे, दे आल्सो अंडरस्टैंड द मूवमेंट, उनको दोस्ती बन रहा है. हमारा अभी जैसे पंजाब में गाँव मेरा दोस्ती होगा, जितना हमारा वॉलंटियर सभी को दोस्ती बन रहा है, विद फार्मर्स इन पंजाब, विद स्टूडेंट्स इन पंजाब, विद यूथ इन पंजाब, फ्रॉम हरियाणा, फ्रॉम MP, फ्रॉम UP. तो इतना जो दोस्ती बन रहा है, जो एक तो बहुत अच्छा काम किया, जो जितना बुरा काम हमारा देश का गवर्नमेंट किया, एक अच्छा काम किया, यूनाइटेड ऑल ऑफ अस. तो हमारा ये बात भी सारा देश है ना, जितना वॉलंटियर्स आ रहा है जो 17 स्टेट से, दे आर टेकिंग दैट द मैसेज टू देयर ओन स्टेट, एंड नाउ वॉलंटियर्स वांट टू कम बैक. सो जितना दूर से कम्युनिकेशन प्रॉब्लम, नजदीक से आके दे कैन एटलीस्ट मैन द OPD इज रिक्वायर्ड, एंड सो दैट वी कैन अवॉइड इमरजेंसीज. और कोविड इज एन इमरजेंसी इशू ऑल ओवर द country. So, and we don't have any facility to test also over there. So, we have to be aware, we have to be conscious, and we have to spread the consciousness. Without being conscious, without being aware, we cannot do it. So, आप लोग जैसे हमारा हेल्प कर रहे हो, इतना सारे बहुत सारे स्टूडेंट्स, बच्चे, लेडीज, ग्रुप्स, और बहुत सारे हमारा हेल्प किया. सो एज जितना आप लोग, आपका हेल्प से हमारा चल रहा है, तो जो anyone can help one time, anyone can help regularly, anyone can help lifelong. Because we want this process, this Sangharsh Kisan Morcha will continue few months or a few years, but life will go on. Life will go on. Crisis will go on.
So we have to learn to face more crises. This is not the first one. This is not the last one. That is my message. So we have to unite. Yes. So I was thinking. I think I spoke to you before that I've been speaking to some doctors in the UK who want to get together a team of people who can do like online. Whether it could be psychiatric help, so psychological, because everyone's going through some kind of stress and anxiety. So exactly. Do you think that might be possibly the next step that we take forward? I think we have to do it. I think we have to do it because not only mental health, but also for general physical health also, because the more we'll get restrictions all over the country, more volunteers will be restricted. At least we have to reach out online so that we can advise people what to do, what not to do. Okay. That also, and that is listening to a patient, seeing on video, so we can assess one thing and tell that no, you have to go for immediate for a proper admission. This cannot be neglected. You cannot wait for course. अभी तो ठीक है, वापस जाके देखेंगे 15 दिन बाद. No, you cannot wait 15 दिन. One youth going around with 100, 200 by 100 people. घर में अभी तो दिक्कत कोई नहीं, घर में जाके देंगे. मतलब you might not reach to your house. अब घर वापस नहीं पहुंच गया, 2 दिन बाद का स्ट्रोक हो जाएगा आपको. तभी आपको इलाज करना चाहिए. तो ये एटलीस्ट बेसिक गाइडेंस we can give. So of course we have to plan out what to do. Yes. So maybe we call at a separate meeting and talk about it, because this is something that we can separate. Rather, exactly. You have on call, Mr. Benipal, you do have on call practitioners. ਤੁਹਾਡੇ ਹੁੰਦਾ video calling ਹੈਗੀ ਹੈ ਨਾ? ਜੀ ਜਿਵੇਂ ਮੈਂ ਬੇਸਿਕਲੀ ਮੇਰਾ ਪਹਿਲੀ ਵਾਰ ਐਕਸਪੀਰੀਅੰਸ ਰਿਹਾ ਇੱਥੇ ਹਸਪੀਟਲ ਚਲਾਉਣ ਦਾ. ਸੋ ਕਦੇ ਹਸਪੀਟਲ ਪਹਿਲਾਂ ਰਨ ਨਹੀਂ ਕੀਤਾ. ਜਿਵੇਂ ਪ੍ਰੋਬਲਮਸ ਆਈ, ਕਲਕੱਤਾ ਵਾਲੇ ਨਾਲ ਸਾਡੀ ਚੰਗੀ ਸਾਂਝ ਪੈ ਗਈ ਹੈ. ਜਿਵੇਂ ਤ੍ਰਿਪੁਰਾ, ਕਲਕੱਤਾ, ਏਮਸ, ਪੀਜੀਆਈ ਰੋਹਤਕ, ਪੀਜੀਆਈ ਆਪਣਾ ਚੰਡੀਗੜ੍ਹ ਤੇ ਨਵਾਂ ਸ਼ਹਿਰ ਤੇ ਡਾਕਟਰ ਦਲੇਰ ਮੁਲਤਾਨੀ, ਤੇ ਜਿੱਥੇ ਵੀ ਸਾਨੂੰ ਜ਼ਰੂਰਤ ਪੈਂਦੀ ਹੈ, ਕਿਉਂਕਿ ਸਾਡੇ ਕੋਲ ਹੁਣ ਸਾਰੇ ਡਿਪਾਰਟਮੈਂਟਸ ਦੇ ਗੈਸਟਰੋ, ਪਲਮੋ, जोधपुर तो ने पल्मोनोलॉजिस्ट जो आजकल जरूरत भी पै रही है, वो डेली अपनी वीडियो कॉल ਤੇ अगर कोई पेशेंट ਹੁੰਦਾ ਹੈ तो ਰਿਵਿਊ ਵੀ ਲੈਣੇ ਆ. ਸੋ ਟੈਲੀਮੈਡੀਸਿਨ ਦਾ ਬਹੁਤ ਚੰਗਾ ਹੈ, ਕਿਤੇ ਜ਼ਰੂਰਤ ਪੈਂਦੀ ਹੈ ਸਾਨੂੰ. ਕੱਲ ਇੱਕ ਕੇਸ ਸੀਗਾ, ਯੂਰੋਲੋਜੀ ਦਾ ਕੇਸ ਸੀਗਾ, ਸੋ ਉਹ ਵੀ ਅਸੀਂ ਡਿਸਕਸ਼ਨ ਕੀਤਾ ਯੂਰੋਲੋਜਿਸਟ ਨਾਲ. ਸੋ ਬੜੀ ਹੈਲਪ ਮਿਲ ਰਹੀ ਹੈ ਟੈਲੀਮੈਡੀਸਿਨ ਰਾਹੀਂ, ਕਿਉਂਕਿ ਜੋ ਬਜ਼ੁਰਗ ਨੇ ਉਹਨਾਂ ਕੋਲ ਇੱਥੇ ਐਂਡਰੋਇਡ ਫੋਨ ਨਹੀਂ ਹੈ ਕਿ ਕੋਈ ਐਪ ਚਲਾ ਪਾਣ, ਉਹਨਾਂ ਕੋਲ ਸਿੰਪਲ ਫੋਨ ਨੇ. ਸੋ ਉਹ ਆਉਂਦੇ ਆ, ਜੇ ਅਸੀਂ ਫ੍ਰੀਕੁਐਂਟਲੀ ਉਹਨੂੰ ਕਰਤਾ ਓਪਨ ਤਾਂ ਯੂਜ਼ ਵੀ ਨਹੀਂ ਕਰ ਪਾਣਗੇ, ਤਾਂ ਜੋ ਡਾਕਟਰ ਸਾਨੂੰ ਸੇਵਾਵਾਂ ਦੇ ਰਹੇ ਉਹ ਪਰੇਸ਼ਾਨ ਵੀ ਹੋ ਜਾਣਗੇ, ਕਿਉਂਕਿ ਉਹਨਾਂ ਨੇ ਛੋਟੀ ਪ੍ਰੋਬਲਮ ਲਈ ਵੀ ਕਾਲ ਕਰਨੀ ਸ਼ੁਰੂ ਕਰ ਦੇਣੀ ਹੈ. ਸੋ ਦੈਟ ਇੱਥੇ ਸਾਡੇ ਫਿਜ਼ੀਸ਼ੀਅਨ ਨੇ ਜੋ ਉਹ ਵਾਈਟਲਸ ਵਗੈਰਾ ਚੈੱਕ ਕਰਕੇ ਜੇ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ ਤਾਂ ਉਹ ਜ਼ਰੂਰ ਕੰਟੈਕਟ ਕਰਦੇ ਨੇ ਅੱਗੇ, ਜਿਵੇਂ ਦੀ ਵੀ ਪ੍ਰੋਬਲਮ ਹੈ ਉਹਨੂੰ ਸੋਲੂਸ਼ਨ ਕੀਤਾ ਜਾਏ. ਤੇ ਸਾਡੇ ਕੋਲ ਫਿਜ਼ੀਓਥੈਰੇਪੀ ਹੈ, 4500 ਪੇਸ਼ੈਂਟ ਅੱਜ ਤੱਕ ਫਿਜ਼ੀਓਥੈਰੇਪੀ ਦੇ, ਮਤਲਬ 50 ਦੀ ਐਵਰੇਜ ਫਿਜ਼ੀਓਥੈਰੇਪੀ ਦੀ ਹੈਗੀ ਇੱਥੇ. ਸੋ ਅੱਜ ਅਸੀਂ ਇੱਕ ਪਿਛਲੇ ਹਰ ਵੀਕ ਅਸੀਂ ਇੱਕ ਵੈਟਨਰੀ ਦਾ ਡਾਕਟਰ, ਜਿੰਨੇ ਨਿਹੰਗ ਸਿੰਘਾਂ ਦੇ ਘੋੜੇ ਜ਼ਖਮੀ ਨੇ, ਬਿਮਾਰ ਵੀ ਨੇ, ਉਹਨਾਂ ਦੇ ਟ੍ਰੀਟਮੈਂਟ ਲਈ ਵੀ ਅਸੀਂ ਇਹ ਉਪਰਾਲਾ ਇੱਥੇ ਸ਼ੁਰੂ ਕੀਤਾ ਹੋਇਆ ਹੈ. ਸੋ ਨਾਲ ਲੈਬ ਟੈਸਟਿੰਗ ਤਕਰੀਬਨ 18, ਮੇਰੇ ਕੋਲ ਡਾਟਾ ਹੈਗਾ 18000 ਪੇਸ਼ੈਂਟ ਦਾ ਅਸੀਂ ਲੈਬ ਟੈਸਟ ਕਰ ਚੁੱਕੇ ਹਾਂ. ਤੇ ਜੋ ਫਾਰਮੇਸੀ ਹੈ, ਜਿੱਥੇ ਸਿਰ ਦਰਦ ਦੀ, ਜਿਵੇਂ ਡਾਕਟਰ ਦਲੇਰ ਮੁਲਤਾਨੀ ਨੇ ਦੱਸਿਆ, ਐਸਿਡ ਬਣਦਾ, ਜਿਹੜੀਆਂ ਮੈਡੀਸਿਨ ਲੈਣ ਆਉਂਦੇ ਆ, ਇਹ ਤਕਰੀਬਨ 1000 ਤੋਂ 1500 ਲੋਕ ਰੋਜ਼ ਆਉਂਦੇ ਆ, ਕਿਉਂਕਿ ਮੈਡੀਕਲ ਅੱਜ ਜੁਗਨੂ ਜੀ ਉਹ ਵੀ ਗਏ ਸੀਗੇ ਤੇ ਉਹ ਵੀ ਕਹਿ ਰਹੇ ਸੀ ਕਿ ਬਹੁਤ ਬਜ਼ੁਰਗਾਂ ਨੂੰ ਇਸ ਚੀਜ਼ ਦੀ ਪ੍ਰੋਬਲਮ ਹੈਗੀ ਹੈ ਕਿ ਉਹ ਮੈਡੀਸਿਨਸ ਜ਼ਿਆਦਾਤਰ ਐਂਟੀਸਿਡਸ ਮੰਗ ਰਹੇ ਨੇ, ਡਾਈਜਨ ਮੰਗ ਰਹੇ ਹੈਗੇ ਨੇ. ਸੋ ਦੈਟ ਵਾਸ ਹਰ ਫੀਡਬੈਕ ਐਂਡ ਦੈਟਸ ਬਿਲਕੁਲ ਜੀ, ਬਿਲਕੁਲ. ਕੈਂਪਸ ਘੱਟ ਗਏ ਨੇ, ਸੇਵਾਵਾਂ ਜਿਵੇਂ ਕਿ ਮੈਂ ਗੱਲ ਕਰਾਂ, ਹੁਣ ਇੱਕ ਹੋਰ ਵੀ ਇੱਥੇ ਉਪਰਾਲੇ ਦੀ ਜ਼ਰੂਰਤ ਹੈ. ਪਹਿਲਾਂ ਤਾਂ ਮੈਂ ਇਹ ਅੱਜ ਆਪਾਂ ਇਕੱਠੇ ਹੋਏ ਹਾਂ ਮੈਡੀਕਲ ਡਾਕਟਰ ਦਲੇਰ ਮੁਲਤਾਨੀ ਮਿੱਤਰਾ, ਤੇ ਆਪਾਂ ਤੁਹਾਡੇ ਰਾਹੀਂ ਇੱਕ ਗੱਲ ਹੋਰ ਕਹਿਣੀ ਚਾਹੁੰਦੇ ਹਾਂ ਵੀ ਕਿਉਂ ਨਾ ਅਸੀਂ ਇੱਕ ਗਰੁੱਪ ਬਣਾ ਕੇ ਮੈਡੀਕਲ ਵਾਲੇ, ਕਿਉਂਕਿ ਮੇਰੇ ਕੋਲ ਹੋ ਸਕਦਾ ਪੈਰਾਸੀਟਾਮੋਲ ਬਹੁਤ ਪਈ ਹੋਏ, ਕਿਸੇ ਕੈਂਪ ਨੂੰ ਜ਼ਰੂਰਤ ਹੋਏ, ਵੀ ਅਸੀਂ ਆਪਸ ਇੱਕ ਵਧੀਆ ਕੋਆਰਡੀਨੇਸ਼ਨ ਰੱਖੀਏ, ਇੱਕ ਗਰੁੱਪ ਬਣਾ ਲਈਏ, ਤਾਂ ਜੋ ਜ਼ਰੂਰਤ ਪੂਰੀ ਹੋ ਜਾਵੇ ਫਿਰ ਭਾਵੇਂ ਉਹਨਾਂ ਤੋਂ ਲੈ ਲਈਏ. ਸੋ ਇਹ ਚੀਜ਼ ਸਾਡੇ 'ਚ ਵੀ ਹੋਣੀ ਬਹੁਤ ਜ਼ਰੂਰੀ ਹੈ. ਦੂਜੀ ਗੱਲ ਵਿਚਾਰ ਕਰਨਾ ਚਾਹੀਦਾ ਹੈ, ਕਿਉਂਕਿ ਮੈਡੀਸਿਨ ਸਭ ਨੂੰ ਇਕੁਅਲੀ ਅਵੇਲੇਬਲ ਹੋਣੀ ਚਾਹੀਦੀ ਹੈ. ਜਿਵੇਂ ਕਿ ਆਪਣੇ ਡਾਕਟਰ ਮਿੱਤਰਾ ਨੇ ਵੀ ਕਿਹਾ, ਹੈਲਥ ਇਜ਼ ਅ ਰਾਈਟ. ਸੋ ਸਾਰੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੰਨੇ ਕੈਂਪ ਨੇ ਇਹਨਾਂ ਨੂੰ ਜੋੜਿਆ ਜਾਏ ਆਪਸ 'ਚ, ਇਹ ਵੀ ਉਪਰਾਲਾ ਸ਼ੁਰੂ ਕਰਦੇ ਹਾਂ. ਤੇ ਜਿਵੇਂ ਰੋਡੀਓ ਮਾਲ ਤੋਂ ਅਸੀਂ ਡੇਲੀ ਆਉਂਦੇ ਹਾਂ ਸਟੇਜ ਵੱਲ, ਤਾਂ ਬਜ਼ੁਰਗ ਬੀਬੀਆਂ ਪੈਦਲ ਆਉਂਦੇ ਹੁੰਦੇ ਆ, ਜੋ ਈ ਰਿਕਸ਼ਾ ਤੇ ਜੋ ਟ੍ਰੈਫਿਕ ਮੈਨੇਜਮੈਂਟ ਹੈਗਾ ਇੱਥੇ ਲੈ ਕੇ ਆਉਣ ਦਾ, ਉਹ ਬਹੁਤ ਘੱਟ ਹੈ. ਬੈਟਰੀ ਰਿਕਸ਼ਾ ਨੇ, ਉਹਦੀ ਐਵਰੇਜ ਜ਼ਿਆਦਾ ਨਹੀਂ ਹੈਗੀ, 40 ਕਿਲੋਮੀਟਰ ਦਾ ਹੁੰਦਾ, ਉਹ 'ਚ ਵੀ ਉਹ ਬੈਟਰੀ ਚਾਰਜ ਕਰ ਰਹੇ ਹੁੰਦੇ ਆ. ਸੋ ਅਸੀਂ ਇੱਕ ਅਪੀਲ ਕਰਦੇ ਹਾਂ ਵੀ ਤੁਸੀਂ ਵੀ ਟਰਾਈ ਕਰਿਓ, ਤੇ ਬਾਕੀ ਵੀ, ਤੇ ਅਗਰ ਹੋ ਸਕਦਾ ਹੈ ਤਾਂ ਉਸ ਸਰਵਿਸ ਨੂੰ ਵਧਾਇਆ ਜਾਏ ਤਾਂ ਕਿ ਸਟੇਜ ਤੇ ਵੀ ਰਸ਼ ਵਧੇ
ਤੇ ਉਹ ਬਜ਼ੁਰਗ ਤੁਰ ਕੇ ਆਉਂਦੇ ਆ, ਉਹ ਆਉਂਦੇ ਫਿਰ ਮੈਡੀਕਲ ਕੈਂਪ ਤੋਂ ਇੱਕ ਗੋਡੇ ਦਰਦ ਹੋ ਗਏ, ਗੋਲੀਆਂ, ਕਿਉਂਕਿ ਸਾਰਿਆਂ ਦੇ ਗੋਡੇ ਦੁਖਦੇ ਆ। ਕਿਉਂਕਿ ਅਗਰ ਇਹ ਕੰਮ ਸਰਕਾਰਾਂ ਦੇ ਨੇ, ਸਰਕਾਰਾਂ ਕਰਦੀਆਂ ਨਹੀਂ, ਸਰਕਾਰਾਂ ਕੰਮ ਕਰਨ ਤਾਂ ਸਾਡੇ ਵਰਗੀ ਐਨਜੀਓਜ਼ ਨੂੰ ਹਸਪੀਟਲ ਚਲਾਉਣ ਦੀ ਲੋੜ ਹੀ ਨਹੀਂ ਪੈਣੀ। ਬਿਲਕੁਲ ਜੀ, ਸਾਡੀ ਕਰੀਮ ਜੋ ਸਾਡੀ ਪੰਜਾਬ ਚੋਂ, ਪੂਰੇ ਦੇਸ਼ ਚੋਂ ਕਰੀਮ ਬਾਹਰ ਜਾ ਰਹੀ ਹੈ, ਉਹ ਇੱਥੇ ਸੇਵਾਵਾਂ ਦੇਣ ਸਾਨੂੰ। ਬਿਲਕੁਲ ਠੀਕ ਹੈ, ਬਿਲकुल ठीक है। ਇਹ ਤਾਂ ਬੜੀ ਅੱਛੀ ਗੱਲ ਕੀਤੀ ਤੁਸੀਂ। ਹਾਂ, ਇੱਕ ਹੋਰ ਗੱਲ ਮੈਨੂੰ ਬਹੁਤ ਅੱਛੀ ਲੱਗੀ ਕਿ ਜੇ ਸਰਕਾਰ ਨਹੀਂ ਕਰਦੀ ਤੇ ਆਪਣੇ ਸਿਟੀਜ਼ਨਸ, ਆਪਣੇ ਡਾਕਟਰਸ, ਉਹਨਾਂ ਦੀ ਹਿੰਮਤ ਦੇਖੋ। ਤੇ ਸਾਨੂੰ ਆ ਕਾਨੂੰਨ ਤਾਂ ਚਲੋ ਦੇਖੋ, ਹੌਸਲੇ ਨਾਲ ਜਿੱਤਣਾ, ਹੌਸਲੇ ਨਾਲ ਅਸੀਂ ਆ ਕਾਲੇ ਕਾਨੂੰਨ ਵੀ ਰੱਦ ਕਰਾਣੇ ਆ ਤੇ ਕਰੋਨਾ ਦਾ ਵੀ ਲੜਨਾ। ਆਪਾਂ ਜਿੱਥੇ ਦਿੱਲੀ 'ਚ ਉਹਨਾਂ ਦੀ ਮਦਦ ਕਰਨੀ ਹੈ ਲੋਕਾਂ ਦੀ। ਆਪਾਂ ਅੱਜ ਵੀ ਅਸੀਂ ਜਾ ਕੇ ਆਏ ਆ ਵੀ ਜਿੱਥੇ ਜਿੱਥੇ ਆਕਸੀਜਨ, ਕਿਉਂਕਿ ਆਕਸੀਜਨ ਲਈ ਇਹ ਵੀ ਪ੍ਰੋਬਲਮ ਆ ਰਹੀ ਹੈ, ਜਿੱਥੇ ਸਿਲੰਡਰ ਦਿੰਦੇ ਆ ਵਾਪਸ ਨਹੀਂ ਆਉਂਦਾ। ਸੋ ਇਹ ਇੱਕ ਅੱਜ ਮੇਰੀ ਅਮਰਪ੍ਰੀਤ ਬਾਈ ਜੀ ਨਾਲ ਗੱਲ ਹੋਈ ਆ ਖਾਲਸਾ ਸਾਈਡ 'ਚ ਵੀ ਕਿਉਂ ਨਾ ਇੱਕ ਸੈਂਟਰ ਪੁਆਇੰਟ ਬਣਾ ਕੇ ਕਿਤੇ ਵੀ ਤੁਸੀਂ ਉੱਥੇ ਉਹ ਸੇਵਾਵਾਂ ਸ਼ੁਰੂ ਕਰ ਦਿਓ, ਜਿਵੇਂ ਗੁਰਦੁਆਰਾ ਸਾਹਿਬ ਚੱਲਦੀ ਹੈ। ਦੇਖੋ ਆਕਸੀਜਨ ਕਰਕੇ ਡੈਥ ਹੋ ਰਹੀ ਹੈ, ਨਹੀਂ ਮਿਲ ਪਾ ਰਹੀ। ਅਗਰ ਅਸੀਂ ਕਿਸੇ ਨੂੰ ਮਰਦੇ ਦੇ ਮੂੰਹ 'ਚ ਸਾਹ ਪੈ ਜਾਣ ਆਕਸੀਜਨ ਨਾਲ, ਤਾਂ ਇਹ ਬਹੁਤ ਵੱਡੀ ਇੱਕ ਸੇਵਾ ਹੋਊਗੀ। ਤੇ ਮੈਂ ਅਪੀਲ ਵੀ ਕਰਦਾ ਡਾਕਟਰ ਦਲੇਰ ਮੁਲਤਾਨੀ ਜੀ ਨੂੰ, ਇਹਨਾਂ ਦਾ ਬੜਾ ਵਧੀਆ ਸਰਕਲ ਹੈ, ਇਹਨਾਂ ਦੀ ਵੀ ਬਹੁਤ ਵੱਡੀ ਸੰਸਥਾ ਹੈ। ਸੋ ਅਗਰ ਐਂਬੂਲੈਂਸ ਕਿਤੇ ਪੇਡ ਵੀ ਮਿਲਦੀ ਹੈ ਤਾਂ ਅਸੀਂ ਦੇਖ ਰਹੇ ਹਾਂ ਵੀ ਕਿਤੋਂ ਐਂਬੂਲੈਂਸ ਮਿਲ ਜਾਣ ਤਾਂ ਜੋ ਇਸ ਮੁਹਿੰਮ ਨੂੰ ਹੋਰ ਵਧੀਆ ਵੀ ਐਂਬੂਲੈਂਸ ਵੀ ਦਿੱਤੀ ਜਾਏ ਉਹਨਾਂ ਲੋਕਾਂ ਨੂੰ। ਜਿਵੇਂ ਜੋ ਪੇਸ਼ੈਂਟ ਸਾਡੇ ਕੋਲ ਐਡਮਿਟ ਹੋਇਆ ਸੀਗਾ, ਉਹਨਾਂ ਨੇ ਦੇਹਰਾਦੂਨ ਸ਼ਿਫਟ ਹੋਣਾ ਸੀਗਾ, ਉਹ ਤੋਂ 25,000 ਮੰਗੇ ਦੇਹਰਾਦੂਨ ਲਈ। ਉੱਥੇ ਆਪਣੇ ਆਪ ਨੂੰ ਫੀਲ ਹੋਇਆ ਵੀ ਆਹ ਧੱਕਾ ਹੈ, ਵੀ ਇਹ ਤਾਂ ਇਹਨਾਂ ਦੇ ਤਾਂ ਜ਼ਮੀਰ ਮਰ ਗਿਆ। ਸੋ ਆਪਾਂ ਆਪਦੀ ਐਂਬੂਲੈਂਸ ਭੇਜਤੀ ਵੀ ਜੇ ਸਾਨੂੰ ਧਰਨੇ 'ਚ ਜ਼ਰੂਰਤ ਪਈ ਤਾਂ ਅਸੀਂ ਆਪਦੀ ਗੱਡੀ ਯੂਜ਼ ਕਰ ਲਾਂਗੇ, ਪਰ ਉਹਨਾਂ ਦਾ ਜਿੰਨਾ ਫਾਇਦਾ ਹੋ ਸਕਦਾ ਅਸੀਂ ਉਨਾ ਕਰੀਏ। ਮਤਲਬ ਮੈਨੂੰ ਇਹ ਲੱਗਦਾ ਹੈ ਕਿ ਅੱਜ ਅਸੀਂ ਇੱਕ ਅਖਬਾਰ ਦੇ ਵਿੱਚ ਆइटम आया है कि यूएन ने कि यूएन की तरफ से हमें एड मिलनी, वो दे आर गिविंग अस एड एंड आवर गवर्नमेंट हैज सेड कि साडा सिस्टम इज अमेजिंग, वी डू नॉट नीड दैट एड। ਤੇ ਆ ਵਿਸ਼ ਕੇ ਜਿਹੜੇ ਹਾਈ ਅਪਸ ਬੈਠੇ ਨੇ ਉਹ ਤੁਹਾਡੀਆਂ ਗੱਲਾਂ ਸੁਣਨ ਤਾਂ ਉਹਨਾਂ ਨੂੰ ਸ਼ਰਮ ਦੇ ਨਾਲ ਮਰ ਜਾਣਾ ਚਾਹੀਦਾ। ਉਹ ਤਾਂ ਸ਼ੁਰੂ ਤੋਂ ਹੀ ਝੂਠ ਬੋਲਦਾ, ਉਹਦੀ ਕੀ ਗੱਲਾਂ ਦਾ ਤਬਾਰ ਕਰਨਾ ਤੁਸੀਂ। ਚਲੋ sorry, I was just, I couldn't stop myself, sorry. Opened a Pandora's box, so let's not talk about it. We'll get into a lot many other things. ਨਹੀਂ ਝੂਠੀਆਂ ਦੇਖੋ, ਝੂਠੇ ਲਾਰੇ। ਤੁਸੀਂ ਇੱਕ ਦੇਖੋ, ਜਦੋਂ ਦਾ ਨੋਟਬੰਦੀ ਹੋਈ ਹੈ ਆਮ ਕਾਰੋਬਾਰ ਵਾਲੇ ਬੰਦੇ ਨੂੰ, ਉਸ ਤੋਂ ਬਾਅਦ ਕਰੋਨਾ ਆ ਗਿਆ। ਇੱਥੇ ਜਿਨ੍ਹਾਂ ਮੁੰਡਿਆਂ ਨੇ ਸਕੂਲਾਂ 'ਚ ਬੱਸਾਂ ਪਾਈ ਹੋਈਆਂ, ਲੋਨ ਚੱਕੇ ਹੋਏ ਨੇ, ਹੁਣ ਸਾਡੇ ਕੋਲ 30-32 EMPLOYE ਕੰਮ ਕਰਦੇ ਆ ਲੈਬ 'ਚ। ਕਰੋਨਾ ਕਰਕੇ ਅਗਰ ਬੰਦ ਹੁੰਦੀ ਹੈ, ਅਗਰ ਉਹਨਾਂ ਦੀ ਸੈਲਰੀਆਂ ਬੰਦ ਕਰਦੇ ਆ ਅਸੀਂ, ਤਾਂ ਉਹਨਾਂ ਦੇ ਪਰਿਵਾਰ ਨਹੀਂ ਚੱਲਣੇ। ਲਗਾਤਾਰ ਕਰੋਨਾ 'ਚ ਬੰਦ ਕਰਨ ਨਾਲ ਅਸੀਂ ਦਿੰਦੇ ਆ ਤਾਂ ਸਾਡਾ ਸਿਸਟਮ ਖਰਾਬ ਹੁੰਦਾ ਹੈ। ਆਵਾਜ਼ ਆ ਰਹੀ ਹੈ ਮੇਰੀ? ਹੈਲੋ, ਆ ਰਹੀ ਹੈ? ਹਾਂਜੀ ਹਾਂਜੀ। ਤੁਸੀਂ ਜਿਹੜੀਆਂ 2-3 ਗੱਲਾਂ ਕਹੀਆਂ, ਇੱਕ ਤਾਂ ਯੂ ਵਾਂਟ ਟੂ ਸੈਟ ਅਪ ਅ WhatsApp ਗਰੁੱਪ ਅਮੰਗਸਟ ਆਲ ਦ ਮੈਡਿਕਸ ਇਨ ਦ ਬਾਰਡਰਸ ਤਾਂ ਕਿ ਤੁਹਾਡੀ ਆਪਣੀ ਕੋਆਰਡੀਨੇਸ਼ਨ ਹੋ ਜਾਏ। ਤੇ ਫਿਰ ਐਂਡ ਸੈਕਿੰਡ ਤੁਸੀਂ ਗੱਲ ਕਹੀ ਹੈਗੀ ਹੈ ਈ ਰਿਕਸ਼ਾਸ, ਕਿ ਜਦੋਂ ਲੋਕੀ ਤੁਰ ਕੇ ਆਉਂਦੇ ਨੇ। ਐਂਡ ਥਰਡਲੀ ਆਈ ਥਿੰਕ ਬੜੀ ਇੰਪੋਰਟੈਂਟ ਗੱਲ ਡਾਕਟਰ ਮੁਲਤਾਨੀ ਨੇ ਕਹੀ ਹੈ ਅਬਾਊਟ ਦ ਡਾਇਟ ਆਫ ਦ ਲੰਗਰਸ, ਯੂ ਨੋ ਮੇਬੀ ਦੇ ਸ਼ੁਡ ਸਵਿਚ ਟੂ ਸਮਥਿੰਗ ਹੈਲਥੀਅਰ ਜਿਨ੍ਹਾਂ ਦੇ ਨਾਲ ਉਹਨਾਂ ਦੇ ਐਸਿਡਿਟੀ ਘੱਟ ਹੋਏ। ਤੇ ਇਹ ਸਾਡੀ ਐਜੂਕੇਸ਼ਨ ਜਿਹੜੀ ਹੈ, ਇਹ ਆਪਾਂ ਕਿਸ ਤਰ੍ਹਾਂ ਸੋਚ ਰਹੇ ਹਾਂ ਕਿ ਆਪਾਂ ਉਹ ਦੇ ਸਕੀਏ ਆਪਣੇ ਬਜ਼ੁਰਗਾਂ ਨੂੰ ਜਾਂ ਜਿਹੜੇ ਉੱਥੇ ਬੈਠੇ ਨੇ? ਡਾਈਟ ਲਈ ਤਾਂ ਚਲੋ ਖੈਰ ਡਾਕਟਰ ਦਲੇਰ ਮੁਲਤਾਨੀ ਜਿਵੇਂ ਦੱਸਿਆ ਜ਼ਰੂਰੀ ਹੈ, ਸ਼ੁਰੂ ਤੋਂ ਹੀ ਸਮਝਾਉਂਦੇ ਆ ਰਹੇ ਹੈ, ਬਟ ਕਿਤੇ ਨਾ ਕਿਤੇ ਸਾਡੇ ਬਾਬੇ ਵੀ ਚਟੋਰੇ ਨੇ। ਉਹ ਪਾਣੀ ਵੀ ਠੰਡਾ ਪੀਣਗੇ, ਗਰਮੀ ਵੀ ਬਹੁਤ ਹੈ ਇੱਥੇ। ਸੋ ਚਲੋ ਕੋਸ਼ਿਸ਼ ਕਰੀਦੀ ਹੈ ਆਪਣੇ ਵੱਲੋਂ ਜਿੰਨਾ ਆਪਾਂ ਉਹਨਾਂ ਨੂੰ ਸਮਝਾ ਸਕਦੇ ਹਾਂ ਸਮਝਾਈਦਾ, ਪਰ ਇੰਨਾ ਕਹਿ ਦੋ ਵੀ ਪਾਣੀ ਜ਼ਿਆਦਾ ਪੀਓ, ਤੁਸੀਂ ਡੀਹਾਈਡਰੇਟ ਨਾ ਹੋ। ਅਵਤਾਰ ਜੀ ਜਿਹੜੀ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ। ਹੈਲੋ, ਹਾਂਜੀ ਹਾਂਜੀ ਹਾਂਜੀ। ਆਪਾਂ ਜਦੋਂ ਉੱਥੇ ਬੈਠੇ ਸੀਗੇ ਦਿੱਲੀ, ਉਦੋਂ ਵੀ ਗੱਲ ਕੀਤੀ ਸੀ, ਜਿਹੜੇ ਲੋਕ ਹੋਣ ਦੀ ਘੜੀ ਇਹ ਕੰਸਨਟ੍ਰੇਟਰ ਪਾ ਕੇ ਤੇ ਦੁੱਧ ਪਾ ਕੇ ਤੇ ਪਾਣੀ ਪਿਲਾਉਂਦੇ ਨੇ ਲੋਕਾਂ ਨੂੰ, ਇਹਨਾਂ ਨੂੰ ਨਿੰਬੂ ਪਾਣੀ ਤੇ ਸ਼ਿਫਟ ਕਰ ਲੈਣਾ ਚਾਹੀਦਾ। ਬਿਲਕੁਲ, that is much better and healthy also and as well as ਤੁਹਾਡਾ ਜਿਹੜਾ ਹੈਗਾ ਚਾਹੇ ਡੀਹਾਈਡਰੇਸ਼ਨ ਹੋਵੇ, ਚਾਹੇ ਆਪਾਂ ਇਮਿਊਨਿਟੀ ਬੂਸਟਰ ਦੀ ਗੱਲ ਕਰੀਏ, ਨਿੰਬੂ ਪਾਣੀ ਇਹ ਮਚ ਬੈਟਰ। ਤੇ ਇਹਨਾਂ ਨੂੰ ਚਾਹੀਦਾ। ਉਦੋਂ ਮੈਨੂੰ ਥੋੜਾ ਜਿਹਾ ਘੱਟ ਮੌਕਾ ਮਿਲਿਆ ਵਿੱਚ, ਮੈਂ ਜ਼ਿਆਦਾ ਵੈਸੇ ਬੋਲਣਾ ਵੀ ਨਹੀਂ ਚਾਹੁੰਦਾ ਸੀ ਸਟੇਜ ਤੇ, ਤੇ ਮੈਂ ਇਹਨਾਂ ਨੂੰ ਇਹੀ ਸੁਜੈਸਟ ਕਰਨਾ ਸੀਗਾ ਕਿ ਇਹ ਜਿਹੜੇ ਕੰਸਨਟ੍ਰੇਟ ਪਾ ਕੇ ਤੁਸੀਂ ਰੂਹ ਅਫਜਾ ਪਾ ਕੇ ਪੀਂਦੇ ਹੋ, ਇਹਦੀ ਬਜਾਏ ਜਿਹੜਾ ਹੈਗਾ ਆਪਾਂ ਨਿੰਬੂ ਪਾਣੀ ਤੇ ਸ਼ਿਫਟ ਕਰ ਲਈਏ। ਜਿਹੜਾ ਕਿ ਦੁਬਾਰੇ ਆਉਂਗੇ ਤਾਂ ਕਸਰ ਕੱਢ ਦਿਆਂਗੇ। ਨਹੀਂ, ਬਹੁਤ ਵਧੀਆ ਆਈਡੀਆ ਸੀਗਾ ਡਾਕਟਰ ਸਾਹਿਬ ਤੁਹਾਡਾ। ਤੇ ਪੋਜ਼ਿਟਿਵਿਟੀ ਨਾਲ ਕੀ ਤੁਹਾਡੇ ਮੋਰਚੇ ਚੋਂ ਪੋਜ਼ਿਟਿਵਿਟੀ ਮਿਲੀ ਹੈ
ਕਿਵੇਂ ਲੋਕਾਂ ਨੇ ਤੁਹਾਨੂੰ ਕਹਿੰਦੇ ਰਿਸੈਪਟਿਵ ਰਹੇ ਨੇ? ਹਾਂਜੀ, so let's short start words. let's start with Benipal, then with Dr. Mitra, and we'll end with Dr. Multani, and Simran will have the last word. 1 ਮਿੰਟ ਮੈਂ ਲਵਾਂਗਾ। ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਨਿੰਬੂ ਪਾਣੀ ਨਾ, ਏਦਾਂ ਹੀ ਆ ਜਦੋਂ ਗਰਾਊਂਡ ਲੈਵਲ ਤੇ ਰਹਿੰਦੇ ਆ, ਡਾਕਟਰ ਸਾਹਿਬ ਵੀ ਉੱਥੇ ਟੈਂਟ 'ਚ ਹੀ ਰਹਿੰਦੇ ਆ, ਸੋਨੇ ਆ, ਤਾਂ ਅਸੀਂ ਵੀ ਰਹਿੰਦੇ ਆ, ਤਾਂ ਬਹੁਤ ਸਾਰੀਆਂ ਚੀਜ਼ਾਂ ਪਤਾ ਚੱਲਦੀਆਂ। ਜੋ ਸਾਡੀ ਦੂਜੀ ਸਟੇਜ ਹੈ ਪੰਨੂ ਪੰਧੇਰ ਸਟੇਜ ਬੈਕ ਸਾਈਡ, ਜਿਹੜੀ ਦੂਜੀ ਸਿੰਘੂ 'ਚ ਸਟੇਜ ਅੱਗੇ ਹੈਗੀ ਆ, ਉੱਥੋਂ ਲਗਾਤਾਰ ਲੂਜ਼ ਮੋਸ਼ਨ ਦੇ ਕੇਸਿਸ ਆ ਰਹੇ ਸੀਗੇ ਕੰਟੀਨਿਊਸ। ਇਹ ਤਕਰੀਬਨ 1 ਮੰਥ ਹੋ ਚੁੱਕਿਆ ਗੱਲ। ਸੋ ਉੱਥੇ ਲਗਾਤਾਰ ਕੇਸਿਸ ਆ ਰਹੇ ਸੀ, ਤਾਂ ਉਹਦਾ ਤਾਂ ਕਾਰਨ ਸੀਗਾ ਪਾਣੀ। ਉੱਥੇ ਜਲ ਬੋਰਡ ਦਾ ਪਾਣੀ ਆਉਂਦਾ ਸੀਗਾ, ਉਹਦਾ TDS ਕਾਫੀ ਜ਼ਿਆਦਾ ਸੀ। ਲੋਕੀ ਅਸੀਂ ਖੁਦ ਜਾ ਕੇ ਪੀਤਾ ਤਾਂ ਸਾਨੂੰ ਬੜਾ ਅਜੀਬ ਲੱਗਿਆ। ਤੇ ਮੈਂ ਡਾਕਟਰ ਆਪਣਾ ਗੁਰਜੀਤ ਗਿੱਲ ਕਿਸਾਨ ਏਡ ਤੋਂ ਗੱਲ ਕੀਤੀ, ਉਹਨਾਂ ਨੇ ਵਿਦਨ 24 ਆਵਰ ਪਲਾਂਟ ਸ਼ਿਫਟ ਕਰਤਾ। ਤਾਂ ਉਸ ਤੋਂ ਬਾਅਦ ਵਿਦਨ 1 ਵੀਕ ਉਹ ਕੇਸ ਘਟ ਗਏ ਨੇ ਉੱਥੇ। ਤਾਂ ਇਹ ਬੜੀ ਇੱਕ ਇਦਾਂ ਦੇ ਜੋ ਪ੍ਰੀਵੈਂਸ਼ਨ ਦੇ ਤੌਰ ਤੇ ਆਪਾਂ ਕੰਮ ਕਰ ਸਕਦੇ ਆ, ਕਿਉਂਕਿ ਕਿਉਰ ਤਾਂ ਜੋ ਮੋਸ਼ਨ ਵਾਲੇ ਆ ਰਹੇ ਆ, ਗਲੂਕੋਜ਼ ਤਾਂ ਅਸੀਂ ਲਾਣਾ ਹੀ ਆ ਉਹਨਾਂ ਦੇ, ਬਟ ਇਹ ਹੈ ਵੀ ਜੇ ਪ੍ਰੀਵੈਂਸ਼ਨ ਤੇ ਆਪਾਂ ਰੋਕ ਲਿੱਤਾ ਜਾਵੇ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਨਿੰਬੂ ਪਾਣੀ, ਡੀਹਾਈਡਰੇਸ਼ਨ ਨਹੀਂ ਹੋਊਗਾ। ਸੋ ਇਦਾਂ ਦੇ ਉਪਰਾਲੇ ਆਪਾਂ ਨੂੰ ਕਰਨ ਦੀ ਕਾਫੀ ਲੋੜ ਹੈ। ਠੀਕ ਹੈ। Dr. Mitra, last word from you. Problems will be like gathering, जहाँ पे लाखों लोग एक साथ इकट्ठे हो गया, this is itself a public health hazard. इनका जो entire health, hygiene, sanitation, everything, सब कुछ voluntarily चल रहा था। जितना सारे गुरुद्वारा, जितना सारे voluntary organizations, social organizations, individuals आते इन लोग सभी मिलके ये hygiene maintain कर रहा है। अभी तो हेल्थ इश्यूज भी, पेट का इशू, GI इन्फेक्शन भी काफी बढ़ रहा है, जो अवतार जी बताया। जो पानी मिलता है, जो बॉटल वाटर, वो भी कुछ रिसाइकिल हो रहा है अभी, ऑल इज नॉट सेफ। वो भी जो जितना सारे अभी RO प्लांट्स लगा रहा है, उसको भी रेगुलर कुछ चेकिंग करने का, माने प्रिवेंटिव सिस्टम हैज टू बी इंक्रीज। और जरूर अभी जो स्थिति है यहाँ पे कोविड नहीं होगा, नहीं सोचे, मेडिकली हमको बताना पड़ेगा। सारा देश जहाँ पे आसपास में, पंजाब में, हरियाणा में, दिल्ली में, यूपी में, सभी जगह कोविड इज फ्लेयरिंग अप। सो वी हैव टू मेंटेन प्रॉपर मास्क, वी हैव टू मेंटेन प्रॉपर हैंड वॉशिंग, वी हैव टू मेंटेन प्रॉपर फिजिकल डिस्टेंस। काम तो करने पड़ेगा क्योंकि मूवमेंट विल गो ऑन, वी हैव टू सपोर्ट द पीपल। इसीलिए हमारा जो हम जो अपील पहले भी बताया, हमारा जितना सारे यंग मेडिकोज, junior doctors, nurses, paramedics from nearby, where we can come within 2-3 hours, 5 hours, from Delhi, from Punjab, from Haryana, from surrounding UP, MP, Himachal. We are trying to appeal to these youths also. So जितना सारे youth आ पाए, जितना सारे young, डॉक्टर दलेर जैसे इतना senior retired जो डॉक्टर साहब है, but my hats off to him at this age. He is continuing in the field. So we have to, the youth have to also come to learn. मैंने मेरा दोबारा point है, पैसा से नहीं होता है. They have to come and see and learn, and it is much more challenging. It is much more enjoyable. सिर्फ बैठ के पढ़ाई करना, MCQ करना, और जो अभी हमारा अस्पताल situation is, they are severely under pressure. Now the junior residents, senior residents, everywhere, they are working 18 to 20 hours per day without any leave, continuously 24/7. So it will be a crisis, but we have to unite whatever we can to इसको को overcome करना, to give support to the protesters. हम लोग को तो continue करना होगा, ये हमारा अपील है। और सभी आप लोग जो help कर रहे हो, already we stand for farmers. They have been supporting our movement over time. To only Avtaji dropped a package of medicine from them. Thank you very much. That with this help, we'll be able to continue. We'll be able to, we will unite, all this platform will unite us, and we believe it is the people's unity which will of course win. हमारा जीतना ही चाहिए. There is no other way. There is no other option. और बात करनी चाहिए, वो समता जी से नहीं आया. It's from We Support Our Farmers. सबकी हमारे जितने भी contributors हैं, they are from We Support Our Farmers. Exactly. We support. I told that. Yeah. It's not from me. It's not from any one of us. It's from all all of us. All our supporters. Exactly. Yeah. Exactly. And we are hoping that we'll try our best to support you as much as we can. Yeah. Sure. Dr. Multani, could last word, and then we'll finish because I think अपना काफी लंबा time हो.
ਮੈਂ ਸਭ ਤੋਂ ਪਹਿਲਾਂ ਤਾਂ ਜਿਹੜੀਆਂ NGOs ਨੇ ਉੱਥੇ ਕੰਮ ਕੀਤਾ ਉਹਨਾਂ ਸਾਰਿਆਂ ਨੂੰ ਆਈ ਐਮ ਥੈਂਕਫੁਲ ਕਿ ਉਹਨਾਂ ਨੇ ਇਸ ਹੱਕ ਸੱਚ ਦੀ ਲੜਾਈ ਦੇ ਵਿੱਚ ਆਪਣਾ ਹਿੱਸਾ ਵੀ ਜ਼ਰੂਰ ਪਾਇਆ। ਜਿਹੜੇ ਲੋਕ ਉੱਥੇ ਬੈਠੇ ਹੋਏ ਨੇ ਉਹ ਤਾਂ ਫਿਜ਼ੀਕਲ ਤੌਰ ਤੇ ਬੈਠੇ ਹੋਏ ਨੇ, ਲੇਕਿਨ ਬਹੁਤ ਸਾਰੀਆਂ NGOs ਨੇ ਜਿਹੜੀਆਂ ਉੱਥੇ ਸਪੋਰਟ ਕਰ ਰਹੀਆਂ ਨੇ। ਮੈंने ਉੱਥੇ ਕਾਫੀ ਕੁਝ ਦੇਖਿਆ, ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਜਿਹੜੇ ਮੈਡੀਕਲ ਪ੍ਰੋਫੈਸ਼ਨਲਸ ਨੇ ਉਹਨਾਂ ਦੀ ਘਾਟ ਹੈਗੀ ਆ, ਉਹਨਾਂ ਨੂੰ ਹੋਰ ਅੱਗੇ ਆਉਣਾ ਚਾਹੀਦਾ, ਕਿਉਂਕਿ ਮਟੀਰੀਅਲ ਅਵੇਲੇਬਲ ਹੈ, ਲੇਕਿਨ ਮਟੀਰੀਅਲ ਜਿਹੜਾ ਹੈਗਾ ਉਹ ਪ੍ਰੋਪਰ ਯੂਜ਼ ਹੋਵੇ, ਉਹਦੇ ਵਾਸਤੇ ਮੈਡੀਕਲ ਪ੍ਰੋਫੈਸ਼ਨਲ ਜਿਹੜੇ ਨੇ ਉਹ ਬਹੁਤ ਜ਼ਿਆਦਾ ਜ਼ਰੂਰੀ ਨੇ। ਬਾਕੀ ਜਦ ਤੱਕ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਹੈ ਉਹ ਇਹ ਹੈ ਕਿ ਇਹ ਇੱਕ ਲਾਈਫ ਟਾਈਮ ਈਵੈਂਟਸ ਹੈਗੀਆਂ ਨੇ ਜਿਹੜੀਆਂ ਬਾਰ-ਬਾਰ ਨਹੀਂ ਆਉਣੀਆਂ। ਜਿੰਨੇ ਲੋਕ ਵੱਧ ਤੋਂ ਵੱਧ ਅੱਗੇ ਆ ਕੇ, ਚਾਹੇ ਉਹ ਫਿਜ਼ੀਕਲ ਫਾਰਮ ਵਿੱਚ ਹੋਵੇ, ਚਾਹੇ ਉਹ ਫਾਈਨੈਂਸ਼ੀਅਲ ਫਾਰਮ ਵਿੱਚ ਹੋਵੇ, ਚਾਹੇ ਉਹ ਪ੍ਰੋਫੈਸ਼ਨਲ ਉਹਨਾਂ ਦੀ ਕੰਟਰੀਬਿਊਸ਼ਨ ਹੋਵੇ, ਆਪਾਂ ਸਾਰਿਆਂ ਨੂੰ ਅੱਗੇ ਲੱਗ ਕੇ ਕਰਨੀ ਚਾਹੀਦੀ ਹੈ। ਇੱਕ ਗੱਲ ਮੈਂ ਜ਼ਰੂਰ ਇਸ ਮੀਡੀਅਮ ਦੇ ਰਾਹੀਂ ਖਾਸ ਕਰਕੇ ਜਿਹੜੇ ਲੀਡਰਸ ਹੈਗੇ ਨੇ, ਕਿਸਾਨ ਮੋਰਚਾ ਚਲਾ ਰਹੇ ਨੇ ਵਿੱਚ, ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹਨਾਂ ਦਾ ਮੈਡੀਕਲ ਦੇ ਪ੍ਰਤੀ ਕੋਈ ਬਹੁਤੀ ਜ਼ਿਆਦਾ ਅਵੇਅਰਨੈਸ ਵਾਲਾ ਪਾਰਟ ਹੈ ਨਹੀਂ ਉਹਨਾਂ ਦਾ। ਕਿਉਂਕਿ ਮੈਂ ਸਟੇਜ ਤੋਂ, ਮੈਨੂੰ ਯਾਦ ਹੈ ਕਿ ਮੈਂ 2 ਵੱਖਰੇ ਸਟੇਜਾਂ ਤੋਂ ਇਹ ਗੱਲ ਲੰਗਰ ਬਾਰੇ ਮੈंने ਬੋਲੀ ਹੈ, ਜਦੋਂ ਕਿ ਹਰ ਇੱਕ ਬੰਦਾ ਜਿਹੜਾ ਡਰਦਾ ਸੀਗਾ ਕਿ ਲੰਗਰ ਬਾਰੇ ਇਹ ਗੱਲ ਨਾ ਬੋਲੀ ਜਾਵੇ, ਲੇਕਿਨ ਮੈंने ਧੜਕ ਹੋ ਕੇ ਉੱਥੇ ਗੱਲ ਬੋਲੀ ਕਿ ਤੁਸੀਂ ਇਹ ਜਿਹੜੇ ਲੱਡੂ, ਬਰਫੀਆਂ ਤੇ ਜਲੇਬੀਆਂ, ਪਕੌੜੇ ਖਵਾਣੇ ਨੇ, ਇਹਨਾਂ ਨੂੰ ਬੰਦ ਕਰੋ ਔਰ ਇੱਕ ਸਿੰਪਲ ਤੇ ਸੇਫ ਫੂਡ ਜਿਹੜਾ ਹੈਗਾ ਉਹ ਖਵਾਉਣਾ ਹੈ। ਸੋ ਜਿੰਨੇ ਲੋਕ ਮੇਰੀ ਇਹ ਗੱਲ ਸੁਣਦੇ ਹੋਣਗੇ, ਮੈਂ ਉਹਨਾਂ ਨੂੰ ਕਹਾਂਗਾ ਕਿ ਖਾਸ ਕਰਕੇ ਜਿਹੜੇ ਕਿਸਾਨ ਲੀਡਰਸ ਨੇ ਉਹ ਮੈਡੀਕਲ ਜਾਂ ਹੈਲਥ ਦੇ ਪੁਆਇੰਟ ਆਫ ਵਿਊ ਦੇ ਨਾਲ ਥੋੜਾ ਜਿਹਾ ਹੋਰ ਸਟੇਜ ਤੋਂ ਪਲੱਸ ਉਹਨਾਂ ਦੇ ਨਾਲ ਕੋਆਪਰੇਟ ਥੋੜਾ ਜਿਹਾ ਜ਼ਿਆਦਾ ਕਰਨ, ਕਿ ਤਾਂ ਕਿ ਇਹ ਜਿਹੜੀਆਂ ਬਿਮਾਰੀਆਂ ਹੈਗੀਆਂ ਨੇ, ਜਾਂ ਪਿੱਛੇ ਤੁਸੀਂ ਦੇਖਿਆ ਹੋਵੇਗਾ ਕਿ ਦਸੰਬਰ ਜਨਵਰੀ ਦੇ ਵਿੱਚ ਇੱਕ ਵਾਰੀ ਕਾਫੀ ਰੌਲਾ ਪਿਆ ਸੀਗਾ, ਕਾਫੀ ਸਾਰੀਆਂ ਡੈਥਸ ਹੋਈਆਂ ਸੀਗੀਆਂ ਵਿੱਚ, ਉਹਦਾ ਕਾਰਨ ਜਿਹੜਾ ਸੀਗਾ ਉਹ ਹੈਲਥ ਨੈਗਲੀਜੈਂਸ ਸੀਗੀ, ਜਾਂ ਇਹ ਗੱਲ ਕਹੀਏ ਕਿ ਫੂਡ ਉਹਦਾ ਕਾਰਨ ਸੀਗਾ ਵਿੱਚ ਕਾਫੀ ਸਾਰੇ ਥਾਵਾਂ ਦੇ ਉੱਤੇ। ਸੋ ਉਸ ਗੱਲ ਵਾਸਤੇ ਆਪਾਂ ਨੂੰ ਧਿਆਨ ਦੇਣਾ ਪਏਗਾ। ਔਰ ਐਂਡ ਵਿੱਚ ਮੈਂ ਮੈਡਮ ਸਮਤਾ ਔਰ ਤੁਹਾਡਾ ਵੀ ਮੈਮ ਸਿਮਰਨ, ਤੁਹਾਡਾ ਸਾਰਿਆਂ ਦਾ ਥੈਂਕਸ ਕਿ ਤੁਸੀਂ ਸਾਨੂੰ ਸਾਰਿਆਂ ਨੂੰ ਇਕੱਠੇ ਕੀਤਾ। ਔਰ ਕੋਸ਼ਿਸ਼ ਕਰਾਂਗੇ ਕਿ ਮੈਂ ਪਹਿਲਾਂ ਥੋੜਾ ਹੈਜ਼ੀਟੈਂਟ ਸੀਗਾ ਬਿਕਾਜ਼ ਆਈ ਐਮ ਬਿਜ਼ੀ ਸਮਵੇਅਰ ਐਲਸ ਆਲਸੋ, ਆਈ ਐਮ ਰਨਿੰਗ ਮਾਈ OPD, ਚੈਰੀਟੇਬਲ OPDs ਐਂਡ ਅਦਰ ਸੋਸ਼ਲ ਵਰਕਸ। ਸੋ ਆਈ ਵਿਲ ਟਰਾਈ ਕਿ ਮੈਂ ਵੀ ਤੁਹਾਡੇ ਨਾਲ ਸਾਰਿਆਂ ਦੇ ਨਾਲ ਰਲ ਮਿਲ ਕੇ ਜਿਹੜਾ ਹੈਗਾ ਉਹ ਆਪਾਂ ਕਿਸਾਨ ਮੋਰਚੇ ਦੇ ਵਿੱਚੋਂ, ਜਿਹੜੀ ਮੈਂ ਪਹਿਲਾਂ ਗੱਲ ਕਹੀ ਸੀ ਕਿ ਨਾ ਤਾਂ ਉਹਨਾਂ ਦੀ ਲੁੱਟ ਹੋਵੇ ਤੇ ਉਹਨਾਂ ਦੀ ਸਿਹਤ ਵਧੀਆ ਬਣੀ ਰਵੇ ਤੇ ਉਹ ਉੱਥੇ ਟਿਕੇ ਰਹਿਣ, ਉੱਥੋਂ ਵਾਪਸ ਨਾ ਆਉਣ, ਆਪਣੇ ਹੱਕ ਸੱਚ ਦੀ ਲੜਾਈ ਪੂਰੀ ਕਰਕੇ ਫੇਰ ਹੀ ਵਾਪਸ ਆਉਣ। ਥੈਂਕ ਯੂ ਵੈਰੀ ਮਚ। ਅਸੀਂ ਵੀ ਆਪਣੇ ਮੀਡੀਅਮ ਨਾਲ ਕੋਸ਼ਿਸ਼ ਕਰਾਂਗੇ ਟੂ ਕੋਆਰਡੀਨੇਟ ਆਲ ਦ ਮੈਡੀਕਲ ਪ੍ਰੈਕਟੀਸ਼ਨਰਸ ਓਵਰ देयर, ਜਿੰਨਾ ਸਾਡੇ ਤੋਂ ਹੋ ਸਕੇ। ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਥੈਂਕ ਯੂ ਸੋ ਮਚ। ਜੋ ਤੁਸੀਂ ਆਪਾਂ ਡਿਸਕਸ ਕੀਤਾ, ਵੀਲ ਡੂ ਅ ਸਮਾਲ synopsis and put it on a group, we'll share it on our YouTube channel that everybody can look at, and I think we should try and do this at least after 1 ਮਿੰਟ ਲੈਣਾ ਚਾਹਾਂਗਾ ਮੈਂ everyone gets together so that ਹਾਂਜੀ ਦੱਸੋ ਮਿਸਟਰ ਬੈਨੀਪਾਲ। ਮੈਂ ਤੁਹਾਡੇ ਜੋ ਵੀ ਚੈਨਲ ਤੇ ਕਾਫੀ ਫੇਸਬੁੱਕ ਤੇ ਲੋਕੀ ਜੁੜੇ ਹੋਏ ਨੇ, ਇੱਕ ਯੂਥ ਨੂੰ ਵੀ ਅਪੀਲ ਕਰਨਾ ਚਾਹਾਂਗਾ ਤੇ ਬਜ਼ੁਰਗਾਂ ਨੂੰ ਵੀ ਕਿ ਅਗਰ ਪੂਰੇ ਪੰਜਾਬ 'ਚ, ਪੂਰੇ ਇੰਡੀਆ 'ਚ ਕੋਈ ਸੇਫ ਥਾਂ ਹੈਗੀ ਹੈ ਕਰੋਨਾ ਤੋਂ, ਉਹ ਸਾਡਾ ਧਰਨਾ ਹੈ। ਵੱਧ ਤੋਂ ਵੱਧ ਇੱਥੇ ਇੱਥੇ ਵੱਧ ਚੜ ਕੇ ਆਓ। ਤੇ ਉਹਨਾਂ ਵੀਰਾਂ ਨੂੰ ਵੀ ਅਪੀਲ ਕਰਦਾ ਜਿਹੜੇ ਆਪਣਾ ਇਤਿਹਾਸ ਦੱਸਦੇ ਆ ਵੀ ਸਾਡਾ ਇਤਿਹਾਸ ਬਹੁਤ ਮਹਾਨ ਹੈ, ਸਾਡੇ ਗੁਰੂਆਂ ਨੇ ਇਤਿਹਾਸ ਰਚਤਾ, ਅਸੀਂ ਇਸ ਇਤਿਹਾਸ 'ਚ ਕਿੱਥੇ ਹੈ? ਅਸੀਂ ਆਪਣੇ ਆਪ ਨੂੰ ਦੇਖੀਏ, ਅੰਦਰ ਝਾਤੀ ਮਾਰੀਏ ਵੀ ਇਹ ਜਿਹੜਾ ਜਨ ਅੰਦੋਲਨ ਹੈ, ਜਿੱਥੇ ਆਪਣੀ ਹੱਕ ਦੀ ਲੜਾਈ ਸਾਡੇ ਬਜ਼ੁਰਗ ਸੜਕਾਂ ਤੇ ਬੈਠੇ ਨੇ, ਅਸੀਂ ਉਹਨਾਂ ਦੀ ਸਪੋਰਟ ਲਈ ਅੱਗੇ ਆਈਏ ਤੇ ਆਪਣੇ ਆਪ ਨੂੰ ਵੀ ਬਚਾਓ ਕਰੋਨਾ ਤੋਂ, ਇੱਥੇ ਆਓ। ਓਕੇ ਓਕੇ, ਥੈਂਕ ਯੂ so much, thank you everyone, and we'll get in touch with you again. Thank you. Thank you. ਸਤਿ ਸ਼੍ਰੀ ਅਕਾਲ। Bye bye.